ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਭੇਜ ਦਿੱਤਾ ਹੈ, ਆਪਣੇ ਮਨ ਨੂੰ ਸਮਝਾਉਂਦੇ ਕਿ ਜੇ ਹੁਣ ਅਸੀਂ ਇਸ ਸੰਸਾਰ ਦੇ ਵਿੱਚ ਚੱਲਦੇ ਹੋਏ ਹੁਕਮ ਨੂੰ ਬੁੱਝ ਲਈਏ, ਹੁਕਮ ਦੇ ਵਿੱਚ ਆ ਜਾਈਏ, ਫਿਰ ਸਾਡੇ ਮਨ ਨੂੰ ਕਦੇ ਵੀ ਜਿਹੜਾ ਰੋਣਾ ਹੈ ਉਹ ਰੋਣਾ ਪੈਂਦਾ ਨਹੀਂ ਹੈ। ਮਹਾਰਾਜ ਫਰਮਾਉਂਦੇ ਨੇ, ਜਿਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਵਣਾ। ਜਿਨ੍ਹਾਂ ਨੂੰ ਹੁਕਮ ਦੀ ਪਹਿਚਾਣ ਆ ਗਈ, ਸਤਿਗੁਰੂ ਕਹਿੰਦੇ ਉਹਨਾਂ ਨੂੰ ਕਦੇ ਵੀ ਰੋਣਾ ਨਹੀਂ ਪੈਂਦਾ। ਹੁਣ ਆਪਾਂ ਦੇਖਣਾ ਵੀ ਉਹ ਹੁਕਮ ਕਿਹੜਾ ਹੈ,
ਜਿਹਨੂੰ ਬੁੱਝਣ ਦੇ ਨਾਲ, ਜਿਹਨੂੰ ਪਛਾਣਨ ਦੇ ਨਾਲ ਸਾਨੂੰ ਕਦੇ ਰੋਣਾ ਨਹੀਂ ਪੈਂਦਾ। ਕੀ ਅਸੀਂ ਉਹ ਹੁਕਮ ਨੂੰ ਬੁੱਝੀਏ ਕਿ ਜਾਂ ਨਹੀਂ ਬੁੱਝੀਏ। ਜੇ ਤਾਂ ਆਪਾਂ ਦੁਖੀ, ਜੇ ਤਾਂ ਆਪਾਂ ਰੋਂਦੇ ਹਾਂ, ਫਿਰ ਤਾਂ ਆਪਾਂ ਹੁਕਮ ਨੂੰ ਬੁੱਝਿਆ ਨਹੀਂ, ਆਪਾਂ ਨੂੰ ਭੇਤ ਨਹੀਂ ਹੈ ਹੁਕਮ ਦਾ। ਅਤੇ ਮਹਾਰਾਜ ਸਾਨੂੰ ਫਿਰ ਉਹ ਹੁਕਮ ਨੂੰ ਭਜਾਉਂਦੇ, ਹੁਕਮ ਦਾ ਭੇਤ ਦਿੰਦੇ ਨੇ। ਜਿਵੇਂ ਹੁਣ ਆਮ ਜੀਵ ਕਹਿ ਦਿੰਦਾ ਹੈ ਵੀ ਸਾਰਾ ਕੁਛ ਉਹਦੇ ਹੁਕਮ 'ਚ ਹੀ ਚੱਲ ਰਿਹਾ ਜੀ। ਚੱਲਦਾ ਸਾਰਾ ਕੁਛ ਮਾਲਕ ਦੇ ਹੁਕਮ ਦੇ ਵਿੱਚ ਹੀ। ਮਹਾਰਾਜ ਕਹਿੰਦੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਬਈ ਹੈ ਤਾਂ ਸਾਰਾ ਕੁਛ ਉਹਦੇ ਹੁਕਮ ਦੇ ਦਾਇਰੇ ਵਿੱਚ ਹੀ ਚੱਲ ਰਿਹਾ। ਹੁਕਮ ਕੀ ਹੈ? ਨਾਮ। ਸਾਰਾ ਇਹ ਪਸਾਰਾ ਜਿਹੜਾ ਨਾਮ ਤੋਂ ਹੀ ਹੋਇਆ। ਜਦੋਂ ਮਾਲਕ ਬੋਲੇ ਨੇ, ਨਾਮ ਦੁਆਰਾ ਹੀ ਇਹ ਸਾਰਾ ਖੇਲ ਹੈ ਜਿਹੜਾ ਇਹ ਸ਼ੁਰੂ ਹੁੰਦਾ। ਜਿਵੇਂ ਜਿੰਨੇ ਵੀ ਖੰਡ ਬ੍ਰਹਿਮੰਡ ਨੇ, ਇਹ ਸਾਰੇ ਨਾਮ ਦੇ ਵਿੱਚ ਪਰੋਏ ਹੋਏ ਨੇ। ਜਿੰਨੇ ਵੀ ਜੀਵ ਨੇ, 84 ਲੱਖ ਜੂਨ, ਸਾਰੇ ਨਾਮ ਦੇ ਆਸਰੇ ਚੱਲਦੇ ਨੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਕਿ ਜਿੰਨੇ ਵੀ ਖੰਡ ਬ੍ਰਹਿਮੰਡ ਨੇ ਸਭ ਇਹ ਨਾਮ ਦੇ ਆਸਰੇ ਚੱਲਦੇ, ਨਾਮ ਦੇ ਵਿੱਚ ਪਰੋਏ ਹੋਏ। ਜਿਵੇਂ ਮਾਲਾ ਹੁੰਦੀ ਹੈ ਮਣਕੇ, ਧਾਗੇ ਦੇ ਵਿੱਚ ਪਰੋਏ ਹੁੰਦੇ ਨੇ। ਧਾਗਾ ਖਿੱਚ ਲਈਏ ਅਤੇ ਮਣਕੇ ਖਿੰਡ ਜਾਂਦੇ ਨੇ, ਬਿਖਰ ਜਾਂਦੇ ਨੇ। ਇਸੇ ਤਰ੍ਹਾਂ ਹੀ ਜਿੰਨੇ ਵੀ ਆਕਾਰ ਸਰੀਰ ਨੇ, ਉਹ ਵੀ ਸਾਰੇ ਨਾਮ ਦੇ ਵਿੱਚ ਪਰੋਏ ਹੋਏ ਨੇ, ਨਾਮ ਦੇ ਆਸਰੇ ਚੱਲਦੇ ਨੇ। ਇਸ ਲਈ ਸਭ ਦੇ ਅੰਦਰ ਨਾਮ ਹੋਣ ਕਰਕੇ, ਨਾਮ ਦੇ ਆਸਰੇ ਚੱਲਦੇ ਕਰਕੇ ਤਾਂ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਵੀ ਹੁਕਮ ਦੁਬਾਰਾ ਚੱਲ ਰਹੇ, ਨਾਮ ਦੇ ਆਸਰੇ ਚੱਲ ਰਹੇ ਨੇ। ਪਰ ਹੁਕਮ ਨੂੰ ਬੁੱਝਣਾ, ਆਪਾਂ ਹੁਕਮ ਨੂੰ ਜਾਣਨਾ ਵੀ ਉਹ ਹੁਕਮ ਹੈ ਕੀ ਹੈ। ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ, ਹੁਕਮ ਨੂੰ ਜਾਣ ਲਾਂਗੇ, ਫਿਰ ਸਾਡੇ ਅੰਦਰ ਜਿਹੜੀ ਹਉਮੈ ਹੈ, ਇਹ ਹਉਮੈ ਦਾ ਨਾਸ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨਾਨਕ ਹੁਕਮੇ ਜੇ ਬੁੱਝੈ, ਤਾਂ ਹਉਮੈ ਕਹੇ ਨਾ ਕੋਈ। ਜੇ ਅਸੀਂ ਹੁਕਮ ਨੂੰ ਬੁੱਝ ਲਿਆ, ਮਹਾਰਾਜ ਕਹਿੰਦੇ ਹੁਕਮ ਦੀ ਪਹਿਚਾਣ ਕਰ ਲਈ, ਨਾ ਤਾਂ ਸਾਨੂੰ ਕਦੇ ਰੋਣਾ ਪਵੇ, ਨਾ ਹੀ ਸਾਡੇ ਅੰਦਰ ਕੋਈ ਹਉਮੈ ਰਵੇ, ਹੰਕਾਰ ਰਵੇ। ਫਿਰ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਹੁਕਮ ਨੂੰ ਬੁੱਝ ਲੈਣਾ, ਹੁਕਮ ਨੂੰ ਜਾਣ ਲੈਣਾ, ਹੁਕਮ ਦੇ ਦਾਇਰੇ ਵਿੱਚ ਆਉਣਾ, ਉਹ ਇੱਕ ਵੱਖਰੀ ਗੱਲ ਹੈ। ਉੱਦਾਂ ਕਹਿ ਦੇਣਾ ਵੀ ਹੁਕਮ 'ਚ ਹੀ ਚੱਲ ਰਿਹਾ ਜੀ, ਉਹ ਇੱਕ ਵੱਖਰੀ ਗੱਲ ਹੈ। ਉਹ ਤਾਂ ਸਾਰੇ ਹੀ ਕਹਿ ਦਿੰਦੇ ਨੇ ਵੀ ਸਾਰਾ ਕੁਛ ਉਹਦੇ ਹੁਕਮ 'ਚ ਹੀ ਚੱਲ ਰਿਹਾ ਜੀ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਹੁਕਮ ਨੂੰ ਜਾਣ ਲਿਆ, ਹੁਕਮ ਨੂੰ ਬੁੱਝ ਲਿਆ, ਫਿਰ ਰੋਣਾ ਨਹੀਂ ਪਏਗਾ, ਫਿਰ ਸਾਨੂੰ ਪਛਤਾਵਾ ਨਹੀਂ ਹੁੰਦਾ, ਫਿਰ ਸਾਡੇ ਮਨ ਦੇ ਉੱਤੇ ਕਿਸੇ ਕਿਸਮ ਦਾ ਕੋਈ ਪਾਪ ਹੈ ਜਿਹੜਾ ਉਹ ਪਾਪਾਂ ਦੀ ਮੈਲ ਨਹੀਂ ਚੜ੍ਹਦੀ। ਜੇ ਅਸੀਂ ਹੁਕਮ ਦੇ ਦਾਇਰੇ ਵਿੱਚ ਆ ਜਾਈਏ, ਹੁਕਮ ਨੂੰ ਬੁੱਝ ਲਈਏ। ਜਦੋਂ ਅਸੀਂ ਹੁਕਮ ਤੋਂ ਆਕੀ ਹੋ ਜਾਂਦੇ ਹਾਂ, ਹੁਕਮ ਤੋਂ ਆਕੀ ਹੋ ਕੇ ਜੋ ਵੀ ਫਿਰ ਅਸੀਂ ਕਰਮ ਕਰਦੇ ਉਸ ਨੂੰ ਗੁਰਬਾਣੀ ਗੁਰੂ ਵਿੱਚ ਪਾਪ ਆਖੀ। ਜਿਨ੍ਹਾਂ ਨੇ ਹੁਕਮ ਨੂੰ ਵਿਸਾਰ ਦਿੱਤਾ, ਹੁਕਮ ਨੂੰ ਭੁੱਲ ਗਏ, ਹੁਕਮ ਦੀ ਪਹਿਚਾਣ ਨਹੀਂ ਕੀਤੀ, ਉਹਨਾਂ ਨੂੰ ਫਿਰ ਕਹਿੰਦੇ ਗੁਰਬਾਣੀ 'ਚ ਵੀ ਇਹ ਚੋਰ ਨੇ, ਇਹ ਹੁਕਮ ਤੋਂ ਆਕੀ ਹੋਏ ਹੋਏ। ਇਹਨਾਂ ਦੀ ਇਸ ਤਰ੍ਹਾਂ ਕੁੱਟ ਪੈਣੀ ਚੋਰਾਂ ਦੇ ਵੀ ਜਿਵੇਂ ਇੱਕ ਚੋਰ ਨੂੰ ਸੰਨ ਲਾਉਂਦੇ ਨੂੰ ਫੜ ਲੈਂਦੇ, ਉਹ ਚੋਰ ਦੀ ਕੁੱਟ ਪੈਂਦੀ। ਇਸੇ ਤਰ੍ਹਾਂ ਜਿਨ੍ਹਾਂ ਨੇ ਹੁਕਮ ਦੀ ਪਹਿਚਾਣ ਨਹੀਂ ਕੀਤੀ, ਉਹਨਾਂ ਦੀ ਕੁੱਟ ਪੈਂਦੀ ਜਮਾਂ ਤੋਂ। ਮਹਾਰਾਜ ਫਰਮਾਉਂਦੇ ਜਿਨੀ ਨਾਮ ਵਸਾਰਿਆ, ਬਹੁ ਕਰਮ ਕਮਾਵਣ ਹੋਰ, ਨਾਨਕ ਜੰਪੁਰ ਵੱਧੇ ਮਾਰੀਏ, ਜਿਉ ਸੰਨੀ ਉੱਪਰ ਚੋਰ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ ਤੇ ਫਿਰ ਅਸੀਂ ਚੋਰ ਨਹੀਂ ਰਵਾਂਗੇ।
ਜੇ ਅਸੀਂ ਹੁਕਮ ਦੇ ਦਾਇਰੇ ਵਿੱਚ ਆ ਜਾਵਾਂਗੇ ਫਿਰ ਇਹ ਸਾਡੇ ਮਨ ਦੇ ਉੱਤੇ ਕੋਈ ਮੈਲ ਨਹੀਂ ਰਹੇਗੀ, ਕੋਈ ਪਾਪ ਨਹੀਂ ਰਹੇਗਾ। ਇਸ ਵਾਸਤੇ ਫਿਰ ਗੁਰਬਾਣੀ ਗੁਰੂ ਆਪਾਂ ਨੂੰ ਹੁਕਮ ਦੀ ਪਹਿਚਾਣ ਕਰਾਉਂਦੇ, ਹੁਕਮ ਨੂੰ ਬੁਝਾਉਂਦੇ ਵੀ ਹੁਕਮ ਹੈ ਕੀ ਹੈ, ਜੋ ਸਾਡੇ ਸਾਰਿਆਂ ਦੇ ਮਨਾਂ ਵਾਸਤੇ। ਮਹਾਰਾਜ ਦੱਸਦੇ ਸਤਿਗੁਰਾਂ ਦੀ ਬਾਣੀ ਕਿ ਹੁਕਮ ਇੱਕੋ ਹੀ ਹੈ। ਇਹ ਨਹੀਂ ਵੀ ਕੋਈ ਹੁਕਮ ਦੋ ਨੇ ਜਾਂ ਚਾਰ ਨੇ, ਹੁਕਮ ਇੱਕੋ ਹੀ ਹੈ। ਸਾਡੇ ਸਾਰਿਆਂ ਵਾਸਤੇ ਨਾਮ ਹੈ ਜੋ ਉਹ ਹੁਕਮ ਹੈ। ਮਹਾਰਾਜ ਦੱਸਦੇ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀਓ। ਸਤਿਗੁਰਾਂ ਦੀ ਬਾਣੀ ਉਹ ਹੁਕਮ ਨੂੰ ਬੁਝਾਉਂਦੇ, ਆਪਾਂ ਨੂੰ ਭੇਜ ਦਿੰਦੇ ਹੁਕਮ ਦਾ ਬਈ ਜਿਹੜਾ ਹੁਕਮ ਹੈ ਉਹ ਨਾਮ ਹੈ ਅਤੇ ਸਾਡੇ ਸਾਰਿਆਂ ਦੇ ਅੰਦਰ ਚੱਲ ਰਿਹਾ ਹੈ। ਜੇ ਅਸੀਂ ਉਹ ਸ਼ਬਦ ਨੂੰ, ਨਾਮ ਨੂੰ ਸੁਣਾਂਗੇ, ਫਿਰ ਸੁਣਦੇ ਸੁਣਦੇ ਆਪਾਂ ਇਸ ਸੰਸਾਰ ਦੇ ਵਿੱਚ ਕੋਈ ਵੀ ਕਰਮ ਕਰਦੇ ਹਾਂ, ਨਾਲ ਮਾਲਕ ਦੀ ਆਵਾਜ਼ ਨੂੰ ਸੁਣ ਰਹੇ ਹਾਂ, ਉਦੋਂ ਕਹਿੰਦੇ ਵੀ ਇਹ ਹੁਕਮ ਦੇ ਵਿੱਚ ਚੱਲਦੇ ਨੇ, ਇਹ ਗੁਰਮੁਖ ਨੇ। ਜੇ ਅਸੀਂ ਉਹ ਨਾਮ ਨੂੰ ਨਹੀਂ ਸੁਣਦੇ ਫਿਰ ਕਹਿੰਦੇ ਹੁਕਮ ਤੋਂ ਵਾਕੀ ਨੇ, ਵੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਹੁਕਮ ਹੈ ਕੀ, ਹੁਕਮ ਨੂੰ ਇਹਨਾਂ ਨੇ ਬੁੱਝਿਆ ਨਹੀਂ। ਇਸ ਵਾਸਤੇ ਫਿਰ ਗੁਰਬਾਣੀ ਗੁਰੂ ਆਪਾਂ ਨੂੰ ਹੁਕਮ ਦੀ ਪਹਿਚਾਣ ਕਰਾਉਂਦੇ, ਹੁਕਮ ਨੂੰ ਬੁਝਾਉਂਦੇ। ਮਹਾਰਾਜ ਫਰਮਾਉਂਦੇ ਗੁਰ ਕੀ ਬਾਣੀ ਨਾਮ ਬੁਝਾਈ, ਵੀ ਜੋ ਨਾਮ ਹੈ ਉਹਦਾ ਭੇਦ ਦਿੰਦੇ, ਹੁਕਮ ਦਾ ਭੇਦ ਦਿੰਦੇ, ਵੀ ਜੋ ਹੁਕਮ ਹੈ ਉਹ ਸਾਡੇ ਸਾਰਿਆਂ ਦੇ ਅੰਦਰ ਚੱਲ ਰਿਹਾ, ਮਾਲਕ ਦੀ ਆਵਾਜ਼। ਜੇ ਹੁਣ ਅਸੀਂ ਇਹ ਹੁਕਮ ਨੂੰ ਜਾਣ ਲਵਾਂਗੇ ਫਿਰ ਅਸੀਂ ਦੁਬਾਰਾ ਵਾਪਸ ਜੂਨਾਂ ਦੇ ਵਿੱਚ ਨਹੀਂ ਆਵਾਂਗੇ। ਜਿਵੇਂ ਭਗਤਾਂ ਨੇ ਆਖਿਆ ਵੀ ਹੈ ਤਾਂ ਸਾਰਾ ਕੁਛ ਤੇਰੇ ਹੁਕਮ ਦੇ ਵਿੱਚ ਹੀ ਚੱਲ ਰਿਹਾ, ਸੰਸਾਰ ਦੇ ਵਿੱਚ ਆਉਣ ਜਾਣ ਹੈ ਜਿਹੜਾ ਜੀਵਨ ਦਾ ਬਣਿਆ ਹੋਇਆ ਹੁਕਮ ਦੇ ਵਿੱਚ ਹੀ ਹੈ, ਕਿਉਂਕਿ ਨਾਮ ਦੁਆਰੇ ਜੀਵ ਆਉਂਦਾ ਹੈ। ਨਾਮ ਜਦੋਂ ਖਿੱਚ ਲੈਂਦੇ ਤੇ ਵਾਪਸ ਚਲਾ ਜਾਂਦਾ। ਪਰ ਹੁਣ ਕਹਿੰਦੇ ਵੀ ਵੱਖਰੀ ਗੱਲ ਕੀ ਹੋਈ, ਵੱਖਰਾ ਇਹ ਹੋਇਆ ਵੀ ਹੁਣ ਅਸੀਂ ਤੇਰੇ ਨਾਮ ਨੂੰ ਜਾਣ ਲਿਆ। ਪਹਿਲਾਂ ਸਾਨੂੰ ਪਤਾ ਨਹੀਂ ਸੀ ਵੀ ਨਾਮ ਹੈ ਕੀ ਹੈ, ਹੁਣ ਅਸੀਂ ਹੁਕਮ ਨੂੰ ਬੁੱਝ ਲਿਆ, ਨਾਮ ਨੂੰ ਜਾਣ ਲਿਆ। ਹੁਣ ਅਸੀਂ ਨਾਮ ਦੇ ਵਿੱਚ ਸਮਾ ਜਾਵਾਂਗੇ ਅਤੇ ਦੁਬਾਰਾ ਵਾਪਸ ਮੁੜ ਕੇ ਸੰਸਾਰ ਦੇ ਵਿੱਚ ਆਕਾਰਾਂ ਦੇ ਵਿੱਚ ਜੂਨਾਂ 'ਚ ਨਹੀਂ ਆਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤੇ ਸੇਕਾ, ਹੁਕਮੇ ਬੂਝ ਸਮਾਹੇਂਗੇ। ਕਹਿੰਦੇ ਹੁਣ ਬਹੁਰ ਦੁਬਾਰਾ ਨਹੀਂ ਆਵਾਂਗੇ। ਆਪਾਂ ਉਹਨਾਂ ਤੋਂ ਪੁੱਛਦੇ ਵੀ ਤੁਸੀਂ ਦੁਬਾਰਾ ਕਿਉਂ ਨਹੀਂ ਆਉਂਗੇ? ਕਹਿੰਦੇ ਅਸੀਂ ਤਾਂ ਨਹੀਂ ਦੁਬਾਰਾ ਆਵਾਂਗੇ, ਹੁਣ ਅਸੀਂ ਹੁਕਮ ਨੂੰ ਬੁੱਝ ਲਈਏ, ਹੁਕਮ ਦੇ ਵਿੱਚ ਆ ਗਏ। ਅਤੇ ਇਹੀਓ ਮਹਾਰਾਜ ਕਹਿ ਰਹੇ ਵੀ ਜਿਨ੍ਹਾਂ ਨੇ ਹੁਕਮ ਦੀ ਪਹਿਚਾਣ ਕਰ ਲਈ, ਹੁਕਮ ਦੇ ਵਿੱਚ ਆ ਗਏ, ਉਹਨਾਂ ਦਾ ਜਨਮ ਮਰਨ ਖੰਡਨ ਹੋ ਗਿਆ, ਉਹ ਸਦਾ ਵਾਸਤੇ ਜੀਵਨ ਮੁਕਤ ਹੋ ਗਏ, ਉਹਨਾਂ ਨੂੰ ਅਮਰ ਪਦਵੀ ਮਿਲ ਜਾਂਦੀ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਾਰਿਆਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਵੀ ਜੀਵਨ ਮੁਕਤ ਹੋਣਾ ਚਾਹੁੰਦੇ ਹੋ, ਤੁਸੀਂ ਵੀ ਚਾਹੁੰਦੇ ਹੋ ਵੀ ਅਸੀਂ ਦੁਬਾਰਾ ਵਾਪਸ ਨਾ ਆਈਏ ਇਸ ਸੰਸਾਰ ਦੇ ਵਿੱਚ। ਆਪਾਂ ਇੱਥੇ ਰਹਿ ਕੇ ਦੇਖ ਲਿਆ ਵੀ ਇੱਧਰ ਸੰਸਾਰ ਦੇ ਵਿੱਚ ਦੁੱਖ ਹੀ ਦੁੱਖ, ਅਤੇ ਉਹ ਦੁੱਖ ਆਪਾਂ ਦੇਖਦੇ ਸੰਸਾਰ 'ਚ ਕਈ ਵਾਰ ਜੀਵ ਇੰਨਾ ਦੁਖੀ ਹੁੰਦਾ ਹੈ, ਉਹ ਬੇਨਤੀਆਂ ਕਰਦਾ ਵੀ ਰੱਬਾ ਮੌਤ ਹੀ ਦੇ ਦਿਓ ਚੰਗਾ ਹੈ। ਪਰ ਉਹਨੂੰ ਇਹ ਨਹੀਂ ਪਤਾ ਵੀ ਮਰ ਕੇ ਮੈਂ ਜਾਣਾ ਕਿੱਥੇ, ਵੀ ਮੌਤ ਮੈਂ ਮੰਗਦਾ ਰਿਹਾ ਪਰ ਮੈਂ ਉਹ ਘਰ ਦਾ ਦੇਖਿਆ ਨਹੀਂ ਵੀ ਮਰਨ ਤੋਂ ਬਾਅਦ ਜਾਣਾ ਕਿੱਥੇ। ਉਹ ਹੁਕਮ ਨੂੰ ਤਾਂ ਬੁੱਝਿਆ ਨਹੀਂ ਵੀ ਜਿਸ ਹੁਕਮ ਦੇ ਵਿੱਚ ਆਉਣ ਦੇ ਮੇਰਾ ਜਨਮ ਮਰਨ ਖੰਡਨ ਹੋ ਜਾਣਾ। ਉਹ ਤਾਂ ਦੁਖੀ ਹੋਇਆ ਮੌਤ ਭਾਲਦਾ ਹੈ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਦੁੱਖ ਹੀ ਦੁੱਖ ਹੈ। ਜਦ ਤੱਕ ਅਸੀਂ ਨਾਮ ਦੇ ਨਾਲ ਨਹੀਂ ਜੁੜਦੇ ਉਹਨਾਂ ਸਮਾਂ ਇਹ ਸਾਡਾ ਦੁੱਖ ਜਿਹੜਾ ਖਤਮ ਨਹੀਂ ਹੁੰਦਾ। ਸਭ ਤੋਂ ਵੱਡਾ ਦੁੱਖ ਸਾਨੂੰ ਜਨਮ ਮਰਨ ਦਾ।
ਜਿਹੜਾ ਵਾਰ-ਵਾਰ ਅਸੀਂ ਜੰਮਦੇ ਮਰਦੇ ਹਾਂ, ਵਾਰ-ਵਾਰ ਅਸੀਂ ਜੂਨਾਂ 'ਚ ਆਉਂਦੇ ਹਾਂ, ਕਾਰਾਂ ਦੇ ਵਿੱਚ ਆਉਂਦੇ ਹਾਂ, ਇਹ ਸਭ ਤੋਂ ਵੱਡਾ ਦੁੱਖ ਹੈ। ਜਨਮ ਵੀ ਦੁੱਖ ਹੈ ਅਤੇ ਮੌਤ ਵੀ ਦੁੱਖ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਹਾਨੂੰ ਮੌਤ ਤੋਂ ਜਾਂ ਜਨਮ ਤੋਂ ਡਰ ਲੱਗਦਾ, ਆਪਾਂ ਚਾਹੁੰਦੇ ਹਾਂ ਵੀ ਅਸੀਂ ਦੁਬਾਰਾ ਨਾ ਆਈਏ, ਜਨਮ ਮਰਨ ਦੇ ਚੱਕਰ 'ਚ ਨਾ ਪਈਏ, ਫਿਰ ਕਹਿੰਦੇ ਤੁਸੀਂ ਸੰਗ ਕਰੋ ਉਹਨਾਂ ਸੰਤਾਂ ਦਾ, ਸਾਧੂ ਜਨਾਂ ਦਾ ਜਿਹੜੇ ਮਾਲਕ ਨੂੰ ਮਿਲ ਚੁੱਕੇ ਨੇ। ਮਹਾਰਾਜ ਕਹਿੰਦੇ ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸ਼ਰਨੀ ਭਰੇ। ਵੀ ਜਿਹਨੂੰ ਮੌਤ ਦਾ ਅਤੇ ਜਨਮ ਦਾ ਡਰ ਹੈ, ਉਹ ਸਾਧੂ ਜਨਾਂ ਦੀ ਸ਼ਰਨ 'ਚ ਆ ਜਾਏ। ਜਦੋਂ ਆਪਾਂ ਉਹਨਾਂ ਦੀ ਸ਼ਰਨ 'ਚ ਆਉਂਦੇ ਫਿਰ ਉਹ ਆਪਾਂ ਨੂੰ ਭੇਜ ਦਿੰਦੇ ਹੁਕਮ ਦਾ, ਵੀ ਤੁਸੀਂ ਹੁਣ ਹੁਕਮ ਨੂੰ ਬੁੱਝ ਕੇ ਹੁਕਮ ਦੇ ਵਿੱਚ ਆ ਜਾਓ ਅਤੇ ਤੁਹਾਡਾ ਜਨਮ ਮਰਨ ਹੀ ਖਤਮ ਹੋ ਜੀ, ਤੁਸੀਂ ਦੁਬਾਰਾ ਵਾਪਸ ਆਵੋ ਹੀ ਨਾ ਇਸ ਸੰਸਾਰ ਦੇ ਵਿੱਚ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਨਾਮ ਤੋਂ ਬਿਨਾਂ ਇਹ ਸਾਡਾ ਜਿਹੜਾ ਜਨਮ ਮਰਨ ਦਾ ਚੱਕਰ ਇਹ ਖਤਮ ਹੁੰਦਾ ਨਹੀਂ ਹੈ। ਮਹਾਰਾਜ ਸਾਨੂੰ ਫਰਮਾਉਂਦੇ ਨੇ ਬਿਨ ਨਾਮੇ ਮੁਕਤ ਨਾ ਪਾਵੇ ਕੋਈ। ਬਾਰੀ ਅਸੀਂ ਸੰਸਾਰ ਵਿੱਚ ਜੋ ਮਰਜ਼ੀ ਕਰੀ ਚੱਲੀਏ, ਪਰ ਜਦ ਤੱਕ ਅਸੀਂ ਹੁਕਮ ਨੂੰ ਬੁੱਝਦੇ ਨਹੀਂ, ਨਾਮ ਨੂੰ ਬੁੱਝਦੇ ਨਹੀਂ, ਅਸੀਂ ਜੀਵਨ ਮੁਕਤ ਹੋ ਨਹੀਂ ਸਕਦੇ। ਜਿਵੇਂ ਹੁਣ ਕਈ ਜੀਵ ਕਹਿਣਗੇ ਵੀ ਅਸੀਂ ਕਿਹੜਾ ਕਿਸੇ ਦਾ ਮਾੜਾ ਕਰਦੇ, ਸਾਨੂੰ ਸਿਮਰਨ ਕਰਨ ਦੀ ਕੀ ਲੋੜ ਹੈ, ਸਾਨੂੰ ਸਤ ਸੰਗਤ ਕਰਨ ਦੀ ਕੀ ਲੋੜ ਹੈ, ਸਾਨੂੰ ਗੁਰੂ ਵਾਲੇ ਬਣਨ ਦੀ ਕੀ ਲੋੜ ਹੈ, ਅਸੀਂ ਕਿਸੇ ਦਾ ਬੁਰਾ ਨਹੀਂ ਕਰਦੇ, ਸਭ ਦਾ ਅਸੀਂ ਫਾਇਦਾ ਹੀ ਕਰਦੇ ਹਾਂ, ਚੰਗੇ ਕੰਮ ਕਰਦੇ ਹਾਂ, ਅਸੀਂ ਮਾੜੇ ਕਰਮ ਨਹੀਂ ਕਰਦੇ। ਮਹਾਰਾਜ ਕਹਿੰਦੇ ਵੀ ਬੇਸ਼ੱਕ ਤੁਸੀਂ ਕਿੰਨੇ ਵੀ ਚੰਗੇ ਬਣ ਜਾਓ ਬਾਹਰੀ, ਪਰ ਇਹਦੇ ਨਾਲ ਤੁਸੀਂ ਮੁਕਤ ਹੋ ਨਹੀਂ ਸਕਦੇ। ਮੁਕਤ ਹੋਣ ਵਾਸਤੇ ਸਾਨੂੰ ਨਾਮ ਨੂੰ ਬੁੱਝਣਾ ਪਏਗਾ ਅਤੇ ਨਾਮ ਦੇ ਨਾਲ ਜੁੜਨਾ ਪਏਗਾ। ਜੇ ਹੁਣ ਬਾਹਰੀ ਅਸੀਂ ਕਿੰਨੇ ਵੀ ਚੰਗੇ ਹਾਂ, ਸੰਸਾਰ ਦੇ ਵਿੱਚ ਸਾਡੀ ਸੋਭਾ ਵੀ ਬੜੀ ਹੁੰਦੀ ਵੀ ਬੜੇ ਚੰਗੇ ਨੇ ਜੀ, ਬੜੇ ਸਿਆਣੇ ਨੇ, ਬੜੇ ਗੁਰਮੁਖ ਸੱਜਣ ਨੇ, ਪਰ ਜੇ ਅਸੀਂ ਨਾਮ ਨੂੰ ਨਹੀਂ ਬੁੱਝਿਆ ਅਤੇ ਮਹਾਰਾਜ ਕਹਿੰਦੇ ਤੁਸੀਂ ਜਨਮ ਮਰਨ 'ਚ, ਤੁਸੀਂ ਆਉਣ ਜਾਣ ਦੇ ਵਿੱਚ ਰਮਾਉਂਦੇ ਨੇ। ਨਾਮ ਭੁੱਲੀ ਜੇ ਫਿਰ ਆਊਂ ਜਾਊਂ। ਵੀ ਜੇ ਅਸੀਂ ਨਾਮ ਨੂੰ ਭੁੱਲੇ ਬੈਠੇ, ਸਾਡਾ ਆਉਣਾ ਵੀ ਅਤੇ ਜਾਣਾ ਵੀ ਦੋਨੇ ਬਣੇ ਹੀ ਰਹਿਣੇ ਨੇ। ਇਹ ਸਾਡਾ ਜਨਮ ਮਰਨ ਦਾ ਚੱਕਰ ਹਜੇ ਮਿਟਿਆ ਨਹੀਂ ਹੈ। ਤਾਂਹੀਓ ਮਹਾਰਾਜ ਸਾਨੂੰ ਫਰਮਾਉਂਦੇ ਨਾਨਕ ਨਾਮ ਵਸਾਰਿਆਂ, ਆਵਣ ਜਾਣਾ ਦੋਏ। ਮਹਾਰਾਜ ਕਹਿੰਦੇ ਵੀ ਨਾਮ ਨੂੰ ਵਿਸਾਰ ਕੇ ਆਉਣਾ ਵੀ ਅਤੇ ਜਾਣਾ ਵੀ, ਜਨਮ ਵੀ ਅਤੇ ਮੌਤ ਵੀ ਦੋਵੇਂ ਹੀ ਇਹੋ ਜਿਹੇ ਬਣੇ ਹੋਏ ਨੇ ਸਾਡੇ। ਇਹ ਸਾਡੇ ਬਣੇ ਹੀ ਰਹਿਣੇ ਜਦ ਤੱਕ ਅਸੀਂ ਨਾਮ ਨੂੰ ਬੁੱਝ ਨਹੀਂ ਲੈਂਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਬਾਹਰੀ ਬੇਸ਼ੱਕ ਅਸੀਂ ਪਹਿਰਾਵਾ ਵੀ ਕਰ ਲਈਏ ਗੁਰਮੁਖਾਂ ਵਾਲਾ, ਲਿਬਾਸ ਵੀ ਗੁਰਮੁਖਾਂ ਵਾਲਾ ਪਾ ਲਈਏ, ਪਰ ਜੇ ਅਸੀਂ ਅੰਦਰੋਂ ਨਾਮ ਨੂੰ ਨਹੀਂ ਬੁੱਝਿਆ ਫਿਰ ਅਸੀਂ ਜੀਵਨ ਮੁਕਤ ਨਹੀਂ ਹੈ। ਸਾਨੂੰ ਇਸ ਵਾਸਤੇ ਜੀ ਫਿਰ ਸਤਿਗੁਰੂ ਸਮਝਾਉਂਦੇ ਬਈ ਜੇ ਅਸੀਂ ਬਾਹਰੋਂ ਗੁਰਮੁਖ ਵੀ ਬਣ ਕੇ ਪਹਿਰਾਵਾ ਕਰ ਲਿਆ, ਅੰਦਰੋਂ ਨਾਮ ਦੇ ਨਾਲ ਨਹੀਂ ਜੁੜੇ, ਅਤੇ ਫਿਰ ਗੁਰਮੁਖ ਇਹ ਕੀ ਸਮਝਾ ਦਿੱਤਾ ਵੀ ਜਿਨ੍ਹਾਂ ਗੁਰਮੁਖਾਂ ਨੇ ਨਾਮ ਨੂੰ ਨਹੀਂ ਬੁੱਝਿਆ ਉਹ ਜਨਮ ਮਰਨ 'ਚ ਨੇ, ਉਹ ਫਿਰ ਜੂਨਾਂ 'ਚ ਜਾਣਗੇ ਵਾਪਸ। ਮਹਾਰਾਜ ਫਰਮਾਉਂਦੇ ਜਿਨ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੇ ਆਵੇ ਜਾਏ। ਉਹਨਾਂ ਨੇ ਇਸ ਕਰਕੇ ਗੁਰਮੁਖ ਆਖਿਆ ਵੀ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਬਈ ਜੀਵ ਇਹ ਨਾ ਹੋਵੇ ਇਕੱਲਾ ਬਾਹਰੀ ਪਹਿਰਾਵੇ ਤੱਕ ਹੀ ਸੀਮਿਤ ਰਹਿ ਜਾਣ। ਬਈ ਅਸੀਂ ਤਾਂ ਜੀ ਬਾਹਰੋਂ ਵਧੀਆ ਦੇਖਣ ਨੂੰ ਬੜੇ ਸੋਹਣੇ ਲੱਗਦੇ ਹਾਂ ਗੁਰਮੁਖਾਂ, ਪਰ ਸਤਿਗੁਰੂ ਇਕੱਲੇ ਪਹਿਰਾਵੇ ਦੀ ਗੱਲ ਨਹੀਂ ਕਰਦੇ ਬਾਹਰ ਦੀ, ਉਹ ਸਾਡੇ ਅੰਦਰ ਦੀ ਗੱਲ ਕਰਦੇ ਨੇ। ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਬਾਹਰੀ ਪਹਿਰਾਵਾ ਕਰਕੇ ਗੁਰਮੁਖਾਂ ਵਾਲਾ, ਫਿਰ ਵੀ ਅਸੀਂ ਨਾਮ ਨੂੰ ਬੁੱਝਿਆ ਨਹੀਂ, ਸ਼ਬਦ ਗੁਰੂ ਦੀ ਕਦੇ ਸੇਵਾ ਨਹੀਂ ਕੀਤੀ,
ਫਿਰ ਕਹਿੰਦੇ ਸੰਸਾਰ 'ਚ ਆਏ ਕੀ ਲੈਣ ਨੇ, ਇਹਨਾਂ ਨੇ ਆਪਦਾ ਜੀਵਨ ਸੀ ਜਿਹੜਾ ਉਹ ਤਾਂ ਸਾਰਾ ਵਿਅਰਥ ਹੀ ਖਰਾਬ ਕਰ ਲਿਆ ਨਾਮ ਤੋਂ ਬਿਨਾਂ। ਮਾਰੇ ਫਰਮਾਉਂਦੇ ਜਿਨ ਹਰ ਕਾ ਨਾਮ ਨ ਗੁਰਮੁਖ ਜਾਤਾ, ਸੇ ਜਗ ਮੇ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨ ਕੀਨੀ, ਵਿਰਥ ਜਨਮ ਗਵਾਇਆ। ਉੱਦਾਂ ਮਹਾਰਾਜ ਕਹਿੰਦੇ ਨੇ ਵੀ ਸਾਡਾ ਸ਼ਬਦ ਗੁਰੂ ਹੈ, ਅਤੇ ਸ਼ਬਦ ਗੁਰੂ ਦੀ ਕਦੇ ਸੇਵਾ ਨਹੀਂ ਕੀਤੀ। ਸ਼ਬਦ ਗੁਰੂ ਦਾ ਪਤਾ ਹੀ ਨਹੀਂ ਵੀ ਸ਼ਬਦ ਗੁਰੂ ਹੈ ਕਿਹੜਾ ਹੈ, ਕਿੱਥੇ ਹੈ ਸ਼ਬਦ ਗੁਰੂ, ਉਹਦਾ ਗੁਰਬਾਣੀ ਗੁਰੂ ਪਾਸੋਂ ਭੇਦ ਨਹੀਂ ਲਿਆ। ਅਤੇ ਮਹਾਰਾਜ ਕਹਿੰਦੇ ਸ਼ਬਦ ਗੁਰੂ ਤੋਂ ਬਿਨਾਂ, ਨਾਮ ਤੋਂ ਬਿਨਾਂ ਇਹਨਾਂ ਨੇ ਆਪਦਾ ਜਿਹੜਾ ਜੀਵਨ ਸੀ ਉਹ ਸਾਰੇ ਹੀ ਵਿਅਰਥ ਖਰਾਬ ਕਰ ਲਿਆ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਕਿ ਇਕੱਲਾ ਬਾਹਰੀ ਪਹਿਰਾਵੇ ਦੀ ਗੱਲ ਨਹੀਂ ਹੈ, ਸਾਰੀ ਜਿਹੜੀ ਕਹਾਣੀ ਉਹ ਸਾਡੇ ਅੰਦਰ ਦੀ ਹੈ। ਜਦੋਂ ਅਸੀਂ ਅੰਦਰੋਂ ਨਾਮ ਦੇ ਨਾਲ ਜੁੜ ਜਾਂਗੇ, ਬਾਹਰੀ ਤਾਂ ਆਪਦੇ ਆਪ ਹੀ ਸਾਰਾ ਕੁਛ ਬਦਲ ਜਾਣਾ। ਜਦੋਂ ਸਾਡਾ ਮਨ ਅੰਦਰੋਂ ਬਦਲ ਗਿਆ, ਬਾਹਰੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਵੀ ਬਦਲੋ, ਉਹ ਆਪਦੇ ਆਪ ਹੀ ਬਦਲਾਓ ਆ ਜਾਂਦਾ ਹੈ। ਇਸ ਵਾਸਤੇ ਫਿਰ ਜੇ ਸਾਡਾ ਅੰਦਰ ਨਹੀਂ ਬਦਲਿਆ, ਅਸੀਂ ਬਾਹਰੀ ਪਹਿਰਾਵਾ ਕਰ ਲਿਆ, ਉਹ ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਵੀ ਜਿਵੇਂ ਹੋਵੇ ਇੱਕ ਚੋਰ ਅਤੇ ਉਹਨੇ ਵਰਦੀ ਸੀ ਜਿਹੜੀ ਉਹ ਸਿਪਾਹੀ ਦੀ ਪਾ ਲਈ, ਪਰ ਅੰਦਰੋਂ ਉਹ ਚੋਰ ਹੀ ਹੈ, ਸਿਰ ਪਹਿਰਾਵਾ ਕਰ ਲਿਆ ਬਾਹਰੀ ਧੋਖਾ ਦੇਣ ਵਾਸਤੇ। ਉਹ ਫਿਰ ਜਿਹੜਾ ਚੋਰ ਸਿਪਾਹੀ ਬਣ ਗਿਆ ਉਹ ਜ਼ਿਆਦਾ ਖਤਰਨਾਕ ਹੈ, ਆਮ ਜੀਵ ਤੋਂ ਵੀ ਵੱਧ, ਕਿਉਂਕਿ ਉਹਨੂੰ ਭਰਮ ਪੈ ਗਿਆ ਬਈ ਮੈਂ ਚੋਰ ਨਹੀਂ ਹੈ, ਅਤੇ ਉਹਦੀ ਜਿਹੜਾ ਜੀਵ ਦੇਖਦਾ ਬਾਹਰੀ ਪਹਿਰਾਵਾ ਉਹ ਵੀ ਭਰਮ 'ਚ ਪੈ ਜਾਂਦਾ ਉਹਨੂੰ ਦੇਖ ਕੇ। ਇਸ ਕਰਕੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਬਈ ਤੁਸੀਂ ਉਹਨਾਂ ਨੂੰ ਇਕੱਲੇ ਗੁਰਮੁਖ ਨਾ ਸਮਝਿਓ, ਜਾਂ ਉਹਨਾਂ ਨੂੰ ਸੰਤ ਨਾ ਸਮਝਿਓ ਵੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤਾਂ ਉਹ ਫੜੇ ਹੋਣ ਲੋਟੇ, ਗਲਾਂ ਦੇ ਵਿੱਚ ਮਾਲਾ ਪਾਈਆਂ ਹੋਣ, ਹੱਥਾਂ 'ਚ ਮਾਲਾ ਫੜੀਆਂ ਹੋਣ, ਪਰ ਉਹਨਾਂ ਦਾ ਪਹਿਰਾਵਾ ਦੇਖ ਕੇ ਤੁਸੀਂ ਧੋਖਾ ਨਾ ਖਾ ਜਿਓ। ਉਹ ਮਹਾਰਾਜ ਕਹਿੰਦੇ ਵੀ ਹਰੀ ਦੇ ਨਹੀਂ, ਉਹ ਠੱਗ ਨੇ, ਉਹ ਚੋਰ ਨੇ, ਜੇ ਉਹ ਨਾਮ ਦੇ ਨਾਲ ਨਹੀਂ ਜੁੜੇ। ਮਹਾਰਾਜ ਕਹਿੰਦੇ ਗੱਲੀ ਜਿੰਨੀ ਜਪ ਮਾਲੀਆਂ, ਲੋਟੇ ਹੱਥ ਨੇ ਵੱਗ, ਉਹ ਇਸ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਬਈ ਉਹ ਪਰਮਾਤਮਾ ਦੇ ਸੰਤ ਨਹੀਂ ਕਹੇ ਜਾਂਦੇ, ਉਹ ਠੱਗ ਨੇ, ਉਹਨਾਂ ਨੇ ਸਾਡੇ ਨਾਲ ਠੱਗੀ ਮਾਰਨੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਕੱਲਾ ਬਾਹਰੀ ਪਹਿਰਾਵਾ ਨਹੀਂ, ਜੇ ਸਾਡੇ ਕੋਲ ਗਿਆਨ ਹੋਏਗਾ, ਗੁਰੂ ਦੀ ਮੱਤ ਹੋਏਗੀ, ਅਤੇ ਫਿਰ ਅਸੀਂ ਗਿਆਨ ਦੀ ਕਸਵੱਟੀ ਲਾ ਕੇ ਦੇਖ ਸਕਦੇ ਹਾਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਇੱਕ ਹੰਸ ਹੁੰਦਾ ਹੈ, ਇੱਕ ਬਗਲਾ ਹੁੰਦਾ ਹੈ, ਹੁੰਦੇ ਦੋਵੇਂ ਇੱਕੋ ਜਿਹੇ ਰੰਗ ਦੇ ਨੇ, ਚਿੱਟੇ ਨੇ, ਪਰ ਉਹਨਾਂ ਦੀ ਪਹਿਚਾਣ ਕਿੱਥੋਂ ਹੁੰਦੀ? ਉਹਨਾਂ ਦੀ ਖੁਰਾਕ ਤੋਂ ਅਤੇ ਉਹਨਾਂ ਦੀ ਭਾਸ਼ਾ ਤੋਂ, ਉਹਨਾਂ ਦੇ ਬੋਲਣ ਤੋਂ ਪਤਾ ਲੱਗਦਾ ਬਈ ਇਹ ਬਗਲਾ ਹੈ ਜਾਂ ਇਹ ਹੰਸ ਹੈ। ਜਿਹੜਾ ਬਗਲਾ ਹੈ ਉਹਦੀ ਖੁਰਾਕ ਹੈ ਗੰਦਗੀ ਖਾਣੀ, ਉਹਨੇ ਡੱਡੂ ਮੱਛੀਆਂ ਖਾਣੀਆਂ, ਅਤੇ ਉਹ ਗੰਦਗੀ 'ਤੇ ਰਹਿੰਦਾ। ਜਿੱਥੇ ਬਗਲੇ ਰਹਿੰਦੇ ਉਹ ਗੰਦਗੀ ਖਿਲਾਰ ਦਿੰਦੇ, ਗੰਦ ਹੀ ਪਾ ਦਿੰਦੇ ਉੱਥੇ। ਇਸੇ ਤਰ੍ਹਾਂ ਹੀ ਫਿਰ ਜਿਹੜੇ ਮਹਾਰਾਜ ਕਹਿੰਦੇ ਠੱਗ ਨੇ, ਪਰਮਾਤਮਾ ਦੇ ਸੰਤ ਨਹੀਂ, ਸਿਰਫ ਬਾਹਰੀ ਪਹਿਰਾਵਾ ਪਾਏ, ਉਹਨਾਂ ਨੇ ਆਪਦੀ ਜਿਹੜੀ ਖੁਰਾਕ, ਉਹ ਖੁਰਾਕ ਵੀ ਗੰਦਗੀ ਬਣਾਈ ਹੋਈ। ਉਹ ਜਦੋਂ ਬੋਲਣਗੇ ਨਿੰਦਿਆ ਚੁਗਲੀ ਮੁੱਖ ਦੇ ਵਿੱਚੋਂ ਕੱਢਣਗੇ, ਜਦੋਂ ਬੋਲਣਗੇ ਫਿੱਕਾ ਬੋਲਣਗੇ, ਕਿਸੇ ਦੀ ਨਿੰਦਿਆ, ਕਿਸੇ ਨਾਲ ਵੈਰ ਵਿਰੋਧ ਦੀ ਗੱਲ ਕਰਨਗੇ, ਈਰਖਾ ਨਫ਼ਰਤ ਦੀ ਗੱਲ ਕਰਨਗੇ। ਸੱਚੇ ਪਾਤਸ਼ਾਹ ਕਹਿੰਦੇ ਵੀ ਉਹਨਾਂ ਨੇ ਗੰਦਗੀ ਖਿਲਾ ਦੇਣੀ, ਉਹ ਜਿੱਥੇ ਬੈਠਣਗੇ ਉਹਨਾਂ ਨੇ ਗੰਦ ਹੀ ਪਾ ਦੇਣਾ। ਵੈਰ ਵਿਰੋਧ ਦੀ ਗੱਲ ਸੁਣਾ ਕੇ, ਈਰਖਾ ਨਫ਼ਰਤ ਦੀ ਗੱਲ ਕਰ ਕਰਕੇ ਉਹਨਾਂ ਨੇ ਮਨਾਂ ਨੂੰ ਹੋਰ ਦੁਖੀ, ਹੋਰ ਸ਼ਾਂਤ ਕਰ ਦੇਣਾ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਤਾਂ ਹੈ ਜਿਹੜਾ ਬਗਲਾ, ਜਿਹਨੇ ਸਿਰਫ ਬਾਹਰੀ ਪਹਿਰਾਵਾ ਕਰ ਲਿਆ। ਜਿਹੜੇ ਪਰਮਾਤਮਾ ਦੇ ਹਰੀ ਦੇ ਸੰਤ ਨੇ, ਉਹਨਾਂ ਨੇ ਫਿਰ ਜਦੋਂ ਬੋਲਦੇ, ਉਹਨਾਂ ਦੇ ਵਚਨ ਨੇ ਜਿਹੜੇ ਉਹ ਅੰਮ੍ਰਿਤਮਈ ਹੁੰਦੇ ਨੇ।
हंस की खुराक है मोती चुगण। हंस ने ਜਿਹੜੇ ਉਹ मान सरोवर ਤੇ ਰਹਿੰਦੇ, ਇਸ ਵਾਸਤੇ ਫਿਰ ਉਹਨਾਂ ਨੂੰ ਪਰਮਾਤਮਾ ਦੇ ਸੰਤ ਆਖਿਆ, ਉਹਨਾਂ ਨੂੰ ਹੰਸ ਰੂਹਾਂ ਆਖਿਆ। ਉਹਨਾਂ ਦੀ ਜਦੋਂ ਫਿਰ ਆਪਾਂ ਸੰਗਤ ਕਰਦੇ, ਉਹ ਜਿੱਥੇ ਬਹਿੰਦੇ ਉਹ ਸਤਿਸਰ ਸਰੋਵਰ ਬਣਾ ਦਿੰਦੇ। ਉਹਨਾਂ ਦੇ ਮੁਖ ਦੇ ਜਿਹੜੇ ਬਚਨ ਉਹ ਅੰਮ੍ਰਿਤਮਈ ਹੁੰਦੇ। ਜਦੋਂ ਅਸੀਂ ਉਹ ਬਚਨਾਂ ਨੂੰ ਸੁਣਦੇ ਹਾਂ, ਉਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਆਉਂਦੀ, ਸੁੱਖ ਮਿਲਦਾ ਹੈ। ਉਹ ਬਚਨ ਜਦੋਂ ਸਾਡੇ ਹਿਰਦੇ 'ਤੇ ਪੈਂਦੇ, ਧੂੜੀ ਉਹ ਬਚਨਾਂ ਦੀ, ਉਹ ਸਾਡੇ ਮਨ ਦੀ ਮੈਲ ਲਾ ਦਿੰਦੀ ਹੈ। ਸਾਡਾ ਮਨ ਸੁਖੀ ਹੋ ਜਾਂਦਾ, ਸਹਿਜ ਦੇ ਵਿੱਚ ਆ ਜਾਂਦਾ ਹੈ। ਜਿਹੜੇ ਫਿਰ ਪਰਮਾਤਮਾ ਦੇ ਸੰਤ, ਉਹਨਾਂ ਨੇ ਸਾਨੂੰ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਣਾ। ਉਹਨਾਂ ਨੇ ਆਪਾਂ ਨੂੰ ਭੇਤ ਦੇਣਾ ਹੈ ਹੁਕਮ ਦਾ, ਨਾਮ ਦਾ। ਉਹਨਾਂ ਨੇ ਆਪਾਂ ਨੂੰ ਇਹ ਕਥਾ ਕਹਾਣੀ ਸੁਣਾਉਣੀ, ਕਿਵੇਂ ਆਪਾਂ ਮਾਲਕ ਤੋਂ ਵਿਛੜੇ, ਕਿਵੇਂ ਆਪਾਂ ਦੁਬਾਰਾ ਵਾਪਸ ਮਿਲਾਪ ਕਰ ਸਕਦੇ ਹਾਂ। ਉਹਨਾਂ ਸੰਤਾਂ ਨੇ ਆਪਾਂ ਨੂੰ ਭੇਤ ਦੇਣਾ ਆਪਣੇ ਘਰ ਦਾ ਨਿੱਜ ਮਹਿਲ, ਫਿਰ ਘਰ 10ਵੇਂ ਦੀਵਾਰ ਦਾ। ਇਸ ਵਾਸਤੇ ਫਿਰ ਉਹਨਾਂ ਦੀ ਪਹਿਚਾਣ ਦੱਸਦੇ ਵੀ ਸੰਤਾਂ ਦਾ ਕੀ ਕਰਮ, ਉਹਨਾਂ ਨੇ ਕਰਨਾ ਕੀ ਹੈ। ਉਹ ਆਪ ਵੀ ਜਪਦੇ ਅਤੇ ਉਹਨਾਂ ਨੇ ਆਪਾਂ ਨੂੰ ਵੀ ਜਪਾਉਣਾ। ਮਹਾਰਾਜ ਕਹਿੰਦੇ ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵੋ, ਆਪ ਜਪੋ ਆਪਣਾ ਨਾਮ ਜਪਾਵੋ। ਉਹਨਾਂ ਸੰਤਾਂ ਨੇ ਆਪ ਵੀ ਜਪਣਾ, ਆਪਾਂ ਨੂੰ ਵੀ ਕਹਿਣਾ ਵੀ ਜਪੋ, ਆਪਾਂ ਨੂੰ ਵੀ ਕਹਿਣਾ ਵੀ ਸਿਮਰਨ ਕਰੋ, ਅਤੇ ਨਾਲ ਨਾਲ ਫਿਰ ਆਪਾਂ ਨੂੰ ਕਥਾ ਕਹਾਣੀ ਸੁਣਾਉਣੀ। ਜੋ ਮਹਾਰਾਜ ਫਰਮਾਉਂਦੇ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਬਾਰੇ ਪਾਈਏ। ਉਹਨਾਂ ਨੇ ਆਪਾਂ ਨੂੰ ਸਾਰਾ ਮਿਲਾਪ ਦਾ ਰਸਤਾ ਦੱਸਣਾ। ਉਹਨਾਂ ਨੇ ਸਾਨੂੰ ਪ੍ਰੇਮ ਦਾ ਮਾਰਗ ਦੱਸਣਾ। ਉਹਨਾਂ ਨੇ ਸਾਡੇ ਤਪਦੇ ਹੋਏ ਮਨਾਂ ਨੂੰ ਠੰਡਾ ਕਰਨਾ। ਉਹਨਾਂ ਨੇ ਸਾਨੂੰ ਇਹ ਸਾਰਾ ਫਿਰ ਪ੍ਰੇਮ ਦਾ ਮਾਰਗ ਦੱਸਣਾ, ਮਾਲਕ ਨੂੰ ਮਿਲਾਪ ਦਾ ਰਸਤਾ ਦੱਸਣਾ। ਜਿਸ ਨੂੰ ਮਹਾਰਾਜ ਫਰਮਾਉਂਦੇ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਵੀ ਉਹਨਾਂ ਨੇ ਕਥਾ ਕਹਾਣੀ ਕਰਨੀ, ਮਾਲਕ ਨੂੰ ਮਿਲਾਪ ਦਾ ਰਸਤਾ ਦੱਸਣਾ। ਇਹ ਜਿਹੜੇ ਹਰੀ ਦੇ ਸੰਤ ਪਰਮਾਤਮਾ ਦੇ, ਉਹਨਾਂ ਦੀ ਡਿਊਟੀ ਹੈ। ਆਪਾਂ ਨੂੰ ਕਹਿੰਦੇ ਫਿਰ ਵੀ ਜੇ ਅਸੀਂ ਸੰਤ ਦੀ ਪਹਿਚਾਣ ਕਰਨੀ ਹੋਵੇ, ਬੜੀ ਸੌਖੀ। ਹੁਣ ਜਿਵੇਂ ਜੀਵ ਜਾਂਦੇ ਬਾਹਰ ਤੀਰਥਾਂ 'ਤੇ ਜਾਂਦੇ, ਸੰਤਾਂ ਸਾਧੂਆਂ ਪਾਸ ਜਾਂਦੇ। ਹੁਣ ਜਦੋਂ ਆਪਾਂ ਸੰਤਾਂ ਪਾਸ ਜਾਣਾ, ਉਹਨਾਂ ਕੋਲ ਆਪਾਂ ਲੈਣ ਕੀ ਜਾਣਾ, ਕਰਨ ਕੀ ਜਾਣਾ। ਉਹ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਜੋ ਸੰਤ ਹੁੰਦੇ ਉਹ ਪਰਮਾਤਮਾ ਦੇ ਨੌਕਰ ਹੁੰਦੇ, ਚਾਕਰ ਹੁੰਦੇ। ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਜਦੋਂ ਆਪਾਂ ਉਹਨਾਂ ਪਾਸ ਜਾਣਾ, ਆਪਾਂ ਉਹਨਾਂ ਤੋਂ ਪੁੱਛਣਾ ਹੁੰਦਾ ਹੈ ਵੀ ਤੁਸੀਂ ਮਾਲਕ ਦਾ ਸੰਦੇਸ਼ਾ ਲੈ ਕੇ ਆਏ ਹੋ, ਸਾਨੂੰ ਦੱਸੋ ਵੀ ਜੋ ਪਰਮਾਤਮਾ ਹੈ ਉਹ ਸਾਨੂੰ ਕੀ ਕਹਿਣਾ ਚਾਹੁੰਦਾ ਹੈ, ਕੀ ਸਾਨੂੰ ਉਪਦੇਸ਼ ਦੇਣਾ ਚਾਹੁੰਦੇ ਨੇ। ਅਸੀਂ ਉਹਨੂੰ ਭੁੱਲ ਚੁੱਕੇ ਹਾਂ, ਉਹ ਕਿਹੋ ਜਿਹਾ ਹੈ, ਕਿਵੇਂ ਅਸੀਂ ਉਹਨੂੰ ਮਿਲ ਸਕਦੇ ਹਾਂ। ਉਹਦਾ ਸਾਨੂੰ ਜਿਹੜਾ ਸੰਦੇਸ਼ਾ ਤੁਸੀਂ ਸੁਣਾਓ। ਅਤੇ ਇਹ ਆਪਾਂ ਉਹਨਾਂ ਤੋਂ ਪੁੱਛਣਾ। ਮਹਾਰਾਜ ਕਹਿੰਦੇ, ਪੁੱਛੋ ਸੰਤੋ ਮੇਰਾ ਠਾਕਰ ਕੈਸਾ, ਹਿਉ ਰੱਬੁ ਦੇਹੋ ਸੰਦੇਸ਼ਾ। ਸੰਤਾਂ ਨੇ ਸਾਨੂੰ ਸੰਦੇਸ਼ਾ ਦੇਣਾ ਪਰਮਾਤਮਾ ਦਾ, ਮਾਲਕ ਦਾ। ਹੁਣ ਜਦੋਂ ਆਪਾਂ ਸੰਤਾਂ ਤੋਂ ਇਹ ਪੁੱਛਾਂਗੇ ਵੀ ਸਾਨੂੰ ਦੱਸੋ ਅਸੀਂ ਰੱਬ ਨੂੰ ਕਿਵੇਂ ਮਿਲ ਸਕੀਏ, ਜੇ ਤਾਂ ਉਹ ਸੰਤ ਹੈ ਫਿਰ ਤਾਂ ਉਹ ਸਾਡੀ ਇਹ ਗੱਲ ਸੁਣ ਕੇ ਬੜਾ ਖੁਸ਼ ਹੋਏਗਾ ਵੀ ਸ਼ੁਕਰ ਹੈ ਕੋਈ ਰੱਬ ਨੂੰ ਵੀ ਮਿਲਣਾ ਚਾਹੁੰਦਾ ਹੈ, ਪਰਮਾਤਮਾ ਨੂੰ ਵੀ ਮਿਲਣਾ ਚਾਹੁੰਦਾ ਹੈ। ਫਿਰ ਉਹ ਸਾਨੂੰ ਸਾਰੀ ਇਹ ਕਹਾਣੀ ਸੁਣਾਏਗਾ ਵੀ ਕਿਵੇਂ ਅਸੀਂ ਰੱਬ ਤੋਂ ਵਿਛੜੇ ਅਤੇ ਕਿਵੇਂ ਹੁਣ ਅਸੀਂ ਵਾਪਸ ਮਿਲ ਸਕਦੇ ਹਾਂ। ਅਤੇ ਜੇ ਉਹ ਕਾਲ ਦਾ ਸੰਤ ਹੈ, ਕਾਲ ਨੇ ਵੀ ਆਪਦੇ ਸੰਤ ਬਣਾਏ ਨੇ ਜਿਨ੍ਹਾਂ ਨੂੰ ਅਨਾੜੀ ਸੰਤ ਆਖੀ। ਜੇ ਆਪਾਂ ਉਹਨਾਂ ਤੋਂ ਇਹ ਸਵਾਲ ਕਰ ਲਿਆ ਵੀ ਅਸੀਂ ਪਰਮਾਤਮਾ ਨੂੰ ਮਿਲਣਾ, ਅਤੇ ਉਹ ਆਪਾਂ ਨੂੰ ਸੰਸਾਰ ਦੀਆਂ ਹੋਰ ਗੱਲਾਂ ਤਾਂ ਸੁਣਾਈ ਜਾਏਗਾ, ਉਹ ਸਾਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਨਹੀਂ ਦੱਸੇਗਾ।
ਉਹਨੇ ਸਾਨੂੰ ਕਹਿਣਾ ਵੀ ਜੇ ਤੁਹਾਨੂੰ ਘਰ 'ਚ ਕੋਈ ਤੰਗੀ ਹੈ, ਤੁਹਾਨੂੰ ਪੈਸੇ ਧੇਲੇ ਦੀ ਲੋੜ ਹੈ, ਉਹ ਤੁਹਾਨੂੰ ਦੱਸਦੇ ਨੇ ਤੁਸੀਂ ਪੈਸਾ ਕਿਵੇਂ ਕਮਾਉਣਾ ਹੈ। ਸੰਸਾਰ ਦੇ ਵਿੱਚ ਜੇ ਤੁਹਾਨੂੰ ਕੋਈ ਅਹੁਦਾ ਚਾਹੀਦਾ ਦੁਨਿਆਵੀ, ਉਹ ਤੁਹਾਨੂੰ ਦੱਸਦੇ ਨੇ ਤਰੀਕਾ ਵੀ ਤੁਸੀਂ ਕਿਵੇਂ ਅਹੁਦਾ ਲੈਣਾ ਹੈ। ਹੋਰ ਸੰਸਾਰ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਤੁਹਾਡੇ ਸਿਰ 'ਤੇ ਕਰਜ਼ਾ ਚੜ੍ਹਿਆ, ਉਹ ਦੱਸੋ। ਜਾਣੀ ਕਿ ਉਹ ਸਾਨੂੰ ਸੰਸਾਰ ਦੀਆਂ ਗੱਲਾਂ ਤਾਂ ਸੁਣਾਈ ਜਾਏਗਾ, ਸੰਸਾਰ ਦੀਆਂ ਇਹ ਮੰਗਾਂ ਜਿਹੜੀਆਂ ਇਹਦੇ ਨਾਲ ਤਾਂ ਸਾਨੂੰ ਜੋੜੀ ਜਾਏਗਾ। ਉਹ ਸਾਨੂੰ ਇਹ ਨਹੀਂ ਦੱਸੇਗਾ ਵੀ ਅਸੀਂ ਇੱਥੋਂ ਨਿਕਲਣਾ ਕਿਵੇਂ। ਸਗੋਂ ਤੇ ਉਹਨੇ ਸਾਨੂੰ ਨਿਕਲਣ ਦੀ ਜੁਗਤੀ ਨਹੀਂ ਦੱਸਣੀ, ਉਹਨੇ ਸਾਨੂੰ ਫਸਾਉਣ ਦੀ ਜੁਗਤੀ ਦੱਸਣੀ ਵੀ ਅਸੀਂ ਇਹਦੇ ਵਿੱਚ ਹੋਰ ਫਸੀਏ ਕਿਵੇਂ। ਫਸੇ ਤਾਂ ਅਸੀਂ ਪਹਿਲਾਂ ਹੀ ਹੋਏ ਹਾਂ। ਉਹਨੇ ਸਾਨੂੰ ਹੋਰ ਵਿੱਚ ਫਸਾ ਦੇਣਾ ਅਤੇ ਹੋਰ ਉਲਝਾ ਦੇਣਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜਾ ਅਨਾੜੀ ਸੰਤ ਹੈ ਕਾਲ ਦਾ, ਉਹ ਜਦੋਂ ਕਥਨੀ ਵੀ ਕਰਦਾ ਉਹ ਮਾਇਆ ਨੂੰ ਹੀ ਕਰਦਾ। ਉਹ ਸੰਸਾਰ ਦੀਆਂ ਗੱਲਾਂ ਸੁਣਾਏਗਾ, ਮਾਇਆ ਦੀਆਂ। ਉਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਾਪ ਦਾ ਰਸਤਾ ਨਹੀਂ ਦੱਸੇਗਾ। ਇਸ ਨੂੰ ਮਹਾਰਾਜ ਫਰਮਾਉਂਦੇ ਆ, ਸੰਤ ਅਨਾੜੀ ਕਦੇ ਨਾ ਬੁੱਝੇ, ਕਥਨੀ ਕਰੇ ਤੇ ਮਾਇਆ ਨਾ ਲੁਝੇ, ਅੰਧ ਗਿਆਨੀ ਕਦੇ ਨਾ ਸੀਝੇ। ਮਹਾਰਾਜ ਕਹਿੰਦੇ ਵੀ ਉਹ ਜਿਹੜਾ ਨਾੜੀ ਸੰਤ ਹੈ ਉਹ ਮਨਮੁਖ ਹੈ। ਉਹਦਾ ਜਿਹੜਾ ਮਨ ਹੈ ਉਹ ਆਪ ਹੀ ਨਾਮ ਦੇ ਨਾਲੋਂ ਟੁੱਟਿਆ ਹੋਇਆ, ਉਹ ਆਪ ਹੀ ਸਥਿਰ ਨਹੀਂ ਹੈ। ਉਹ ਆਪ ਹੀ ਇੱਧਰ ਮਾਇਆ ਦੇ ਵਿੱਚ ਭਰਮ ਦੇ ਵਿੱਚ ਪਿਆ ਹੋਇਆ ਹੈ। ਇਸ ਵਾਸਤੇ ਫਿਰ ਕਹਿੰਦੇ ਉਹਦੀ ਬੁੱਧ ਜਿਹੜੀ ਕੱਚੀ ਆ, ਉਹ ਕਥ ਕਹਾਣੀ ਨਹੀਂ ਕਰ ਸਕਦਾ, ਉਹ ਮਾਲਕ ਨੂੰ ਮਿਲਾਪ ਦਾ ਰਸਤਾ ਨਹੀਂ ਦੱਸ ਸਕਦਾ। ਮਹਾਰਾਜ ਫਰਮਾਉਂਦੇ, ਮਨਮੁਖ ਬੁੱਧ ਕਾਚੀ, ਮਨੁਆ ਡੋਲੇ ਕਥ ਨ ਕਥੇ ਕਹਾਣੀ। ਵੀ ਉਹ ਕਥ ਕਹਾਣੀ ਨਹੀਂ ਕਰੇਗਾ, ਉਹ ਸੰਸਾਰ ਦੀ ਕਹਾਣੀ ਕਰੇਗਾ, ਮਾਇਆ ਦੀ ਕਹਾਣੀ ਕਰੇਗਾ। ਉਹ ਸਾਨੂੰ ਸੰਸਾਰ ਦੀਆਂ ਮਨ ਘੜਤ ਸਾਖੀਆਂ ਸੁਣਾਈ ਜਾਏਗਾ। ਉਹ ਸਾਨੂੰ ਹੋਰ ਸੰਸਾਰ ਦੀਆਂ ਦੁਨਿਆਵੀ ਗੱਲਾਂ ਸੁਣਾਈ ਜਾਏਗਾ, ਪਰ ਉਹ ਸਾਨੂੰ ਸਾਡੇ ਘਰ ਦੀ ਗੱਲ ਨਹੀਂ ਦੱਸੇਗਾ। ਨਾ ਉਹਨੇ ਸਾਨੂੰ ਹੁਕਮ ਦਾ ਭੇਦ ਦੇਣਾ ਵੀ ਉਹ ਹੁਕਮ ਹੈ ਕੀ ਹੈ, ਜਿਸ ਹੁਕਮ ਨੂੰ ਬੁੱਝ ਕੇ ਅਸੀਂ ਜੀਵਨ ਮੁਕਤ ਹੋਣਾ ਹੈ। ਉਹ ਨਾਮ ਦੀ ਗੱਲ ਨਹੀਂ ਕਰੇਗਾ, ਉਹ ਸਿਰਫ ਤ੍ਰੈ ਗੁਣਾਂ ਦੇ ਵਿੱਚ ਮਾਇਆ ਦੀ ਗੱਲ ਕਰੇਗਾ। ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ, ਕਹਿੰਦੇ ਵੀ ਸੰਸਾਰ ਦੇ ਵਿੱਚ ਜੀਵ ਨਾ ਗਿਆਨ ਹੋਣ ਕਰਕੇ ਇਕੱਲਾ ਬਾਹਰੀ ਪਹਿਰਾਵਾ ਦੇਖ ਕੇ ਉਹਨਾਂ ਪਾਸ ਜਾਂਦੇ ਵੀ ਸਾਡੇ ਮਨਾਂ ਨੂੰ ਸੁੱਖ ਮਿਲੇ, ਸ਼ਾਂਤੀ ਆਵੇ। ਪਰ ਉਹ ਕੀ ਕਰਦੇ, ਅਗਿਆਨੀ ਜੀਵ, ਜਦੋਂ ਜੀਵ ਉਹਨਾਂ ਪਾਸ ਜਾਂਦੇ, ਆਗਨ ਤਾਂ ਪਹਿਲਾਂ ਹੀ ਬਲ ਰਹੀ ਹੈ, ਦੁਖੀ ਤਾਂ ਅਸੀਂ ਪਹਿਲਾਂ ਹੀ ਹਾਂ। ਸਾਰੇ ਪਰਿਵਾਰਾਂ ਦੇ ਵਿੱਚ ਅਗਨ ਹੈ, ਕੁਟੁੰਬ ਅਗਨ ਹੈ ਇਹ, ਜਿਹਦੇ ਵਿੱਚ ਸਾਡੇ ਮਨ ਸੜਦੇ ਨੇ। ਜਦੋਂ ਜੀਵ ਉਹਨਾਂ ਪਾਸ ਜਾਂਦਾ, ਉਹ ਬਲਦੀ ਦੇ ਵਿੱਚ ਹੋਰ ਤੇਲ ਪਾ ਦਿੰਦੇ ਨੇ। ਉਹ ਹੋਰ ਦੁਵਿਧਾ ਦੀ ਗੱਲ ਕਰਕੇ ਉਹ ਹੋਰ ਮਨਾਂ ਨੂੰ ਅਸ਼ਾਂਤ, ਹੋਰ ਮਨਾਂ ਨੂੰ ਅੱਗ ਲਾ ਦਿੰਦੇ ਨੇ। ਇਸ ਲਈ ਮਹਾਰਾਜ ਸਾਨੂੰ ਫਰਮਾਉਂਦੇ, ਕਹਿੰਦੇ ਚੱਲੇ ਨਾਮ ਵਿਸਾਰ, ਪਾਵਨ ਤਤਿਆ ਬਲਦੀ ਅੰਦਰ ਤੇਲ ਦੁਵਿਧਾ ਘਤਿਆ। ਬਈ ਅੱਗ ਤਾਂ ਪਹਿਲਾਂ ਹੀ ਬਲ ਰਹੀ ਸੀ, ਉਹਨਾਂ ਨੇ ਦੁਵਿਧਾ ਦੇ ਵਿੱਚ ਹੋਰ ਤੇਲ ਪਾ ਦਿੱਤਾ। ਹੋਰ ਦੁਵਿਧਾ ਦੀ ਗੱਲ ਸੁਣਾ ਕੇ ਉਹ ਹੋਰ ਮਨਾਂ ਨੂੰ ਅਸ਼ਾਂਤ ਕਰ ਦਿੱਤਾ, ਹੋਰ ਮਨ ਦੁਖੀ ਹੋ ਗਏ। ਇਹੀਓ ਕਾਰਨ ਹੈ ਫਿਰ ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਸਾਡੇ ਜਿਹੜੇ ਮਨ ਨੇ ਉਹ ਸ਼ਾਂਤ ਨਹੀਂ ਹੁੰਦੇ। ਉਹ ਹੋਰ ਜ਼ਿਆਦਾ ਦੁਵਿਧਾ ਦੀ ਗੱਲ ਸੁਣ ਕੇ ਅਸ਼ਾਂਤ ਹੋ ਜਾਂਦੇ, ਦੁਖੀ ਹੋ ਜਾਂਦੇ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਜਿਹੜੇ ਪਰਮਾਤਮਾ ਦੇ ਸੰਤ, ਉਹਨਾਂ ਨੇ ਸੰਸਾਰ ਦੇ ਵਿੱਚ ਅਮਨ ਸ਼ਾਂਤੀ ਫੈਲਾਉਣੀ ਹੁੰਦੀ ਹੈ। ਉਹਨਾਂ ਨੇ ਸਾਨੂੰ ਪ੍ਰੇਮ ਦਾ ਮਾਰਗ ਦੱਸਣਾ, ਉਹਨਾਂ ਨੇ ਸਾਨੂੰ ਲਟਾਉਣਾ ਨਹੀਂ। ਉਹਨਾਂ ਨੇ ਸਾਨੂੰ ਦੁਵਿਧਾ 'ਚ ਨਹੀਂ ਪਾਉਣਾ। ਉਹਨਾਂ ਨੇ ਤਾਂ ਸਾਨੂੰ ਇਹ ਕਹਿਣਾ ਵੀ ਅਸੀਂ ਸਾਰੇ ਇੱਕੋ ਮਾਤਾ ਪਿਤਾ ਦੇ ਬੱਚੇ। ਬਈ ਇੱਧਰ ਸਿਰਫ ਅਸੀਂ ਮਾਇਆ ਦੇ ਘਰ ਦੇ ਵਿੱਚ ਆ ਕੇ ਸੌਂ ਗਏ ਹਾਂ। ਸੁੱਤੇ ਹੋਣ ਕਰਕੇ ਅਸੀਂ ਅਗਿਆਨਤਾ ਦੇ ਵਿੱਚ ਲੜ ਰਹੇ ਹਾਂ। ਅਗਿਆਨਤਾ ਦੇ ਵਿੱਚ ਹੀ ਅਸੀਂ ਲੜਾਈਆਂ ਝਗੜੇ ਕਰਦੇ। ਇੱਧਰ ਅਸੀਂ ਧੜਿਆਂ 'ਚ ਵੰਡੇ ਜਾਂਦੇ ਹਾਂ, ਜਾਤਾਂ ਪਾਤਾਂ 'ਚ ਵੰਡੇ ਜਾਂਦੇ ਹਾਂ, ਧਰਮਾਂ 'ਚ ਵੰਡੇ ਜਾਂਦੇ ਹਾਂ। ਇਹੀਓ ਸਾਨੂੰ ਫਿਰ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਵੀ ਇਹ ਖੇਲ ਹੈ ਦਿਨ ਅਤੇ ਰਾਤ ਦਾ।
ਵੀ ਤੁਸੀਂ ਇਹ ਸਾਰਾ ਕੁਛ ਦਿਨ ਦੇ ਸਮੇਂ ਕਰਦੇ ਹੋ। ਜਦੋਂ ਤੁਸੀਂ ਦਿਨ ਦੇ ਸਮੇਂ ਇਸ ਲੋਕ 'ਚ ਆਉਂਦੇ ਹੋ, ਇੱਧਰ ਸਾਰਾ ਖੇਲ ਚੱਲਦਾ ਤ੍ਰੈ ਗੁਣਾਂ ਦੇ ਵਿੱਚ ਵਿਚਾਰਾਂ ਦਾ, ਮਾਇਆ ਦਾ। ਮਾਇਆ ਦੇ ਘਰ ਜਾ ਕੇ ਜਦੋਂ ਤੁਸੀਂ ਸੌਂ ਜਾਂਦੇ ਹੋ, ਉਦੋਂ ਤੁਸੀਂ ਕਹਿੰਦੇ ਹੋ ਵੀ ਸਾਡੀ ਆਹ ਜਾਤ ਹੈ, ਸਾਡੀ ਜਾਤ ਉੱਚੀ ਹੈ, ਦੂਸਰੇ ਦੀ ਨੀਵੀਂ ਹੈ। ਜਦੋਂ ਤੁਸੀਂ ਇੱਧਰ ਆ ਕੇ ਸੌਂਦੇ, ਤੁਸੀਂ ਕਹਿੰਦੇ ਹੋ ਸਾਡਾ ਆਹ ਧਰਮ ਹੈ, ਸਾਡਾ ਧਰਮ ਚੰਗਾ ਹੈ, ਦੂਸਰੇ ਦਾ ਧਰਮ ਮਾੜਾ ਹੈ। ਮਹਾਰਾਜ ਕਹਿੰਦੇ ਵੀ ਜਦੋਂ ਤੁਸੀਂ ਰਾਤ ਨੂੰ ਇੱਥੋਂ ਆਪਦੇ ਦੇਸ਼ ਜਾਂਦੇ ਹੋ, ਪਰਲੋਕ ਦੇ ਵਿੱਚ ਜਦੋਂ ਤੁਸੀਂ ਰਾਤ ਨੂੰ ਸੌਂ ਜਾਂਦੇ ਹੋ, ਉਦੋਂ ਤੁਸੀਂ ਸਾਰਾ ਕੁਛ ਹੀ ਭੁੱਲ ਜਾਂਦੇ। ਤੁਹਾਨੂੰ ਉਦੋਂ ਚੇਤਾ ਹੁੰਦਾ ਵੀ ਤੁਹਾਡੀ ਜਾਤ ਕਿਹੜੀ ਹੈ, ਜਾਂ ਤੁਹਾਡਾ ਕਿਹੜਾ ਧਰਮ ਹੈ, ਤੁਸੀਂ ਸਭ ਕੁਝ ਭੁੱਲ ਜਾਂਦੇ ਹੋ। ਸਿਰਫ ਇੱਥੇ ਮਾਇਆ ਦੇ ਘਰ ਦੇ ਵਿੱਚ ਆ ਕੇ ਅਗਿਆਨਤਾ ਦੇ ਵਿੱਚ ਅਸੀਂ ਲੜਦੇ, ਅਤੇ ਗੁਰਮੁਖਾਂ ਨੇ ਫਿਰ ਸਾਨੂੰ ਇਹ ਭੇਦ ਦੇਣਾ ਬਈ ਅਸੀਂ ਇਸ ਲੋਕ ਦੇ ਵਾਸੀ ਨਹੀਂ, ਅਸੀਂ ਪਰਲੋਕ ਦੇ ਵਾਸੀ ਹਾਂ। ਵੀ ਇੱਧਰ ਆ ਕੇ ਸਾਡਾ ਮਨ ਸੌਂ ਗਿਆ ਹੈ, ਸੁੱਤਾ ਹੋਣ ਕਰਕੇ ਫਿਰ ਇੱਧਰ ਜਿਹੜਾ ਝਗੜਾ ਇਹਨਾਂ ਪੰਜਾਂ ਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ, ਇਹ ਸਾਨੂੰ ਧੜਿਆਂ 'ਚ ਵੰਡਦੇ, ਇਹ ਸਾਨੂੰ ਜਾਤਾਂ ਪਾਤਾਂ 'ਚ ਵੰਡਦੇ, ਇਹ ਸਾਨੂੰ ਧਰਮਾਂ 'ਚ ਵੰਡਦੇ, ਇਹ ਸਾਰਾ ਲੜਾਈ ਝਗੜੇ ਕਰਾਉਂਦੇ। ਸੰਸਾਰ ਦੇ ਵਿੱਚ ਇੱਕ ਪਰਿਵਾਰ ਤੋਂ ਲੈ ਕੇ ਇਹਨਾਂ ਨੇ ਸਾਰੇ ਸਮਾਜ ਨੂੰ ਧੜਿਆਂ ਦੇ ਵਿੱਚ ਵੰਡਿਆ ਹੋਇਆ ਹੈ। ਮਾਰੇ ਫਰਮਾਉਂਦੇ ਕਲ ਯੁਗ ਮੇ ਧੜੇ, ਪੰਜ ਚੋਰ ਝਗੜਾਏ, ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਵਧਾਈ। ਇਹਨਾਂ ਨੇ ਸਾਰਿਆਂ ਨੂੰ ਧੜਿਆਂ 'ਚ ਵੰਡਿਆ ਹੋਇਆ, ਪਾਲਟੀਬਾਜ਼ੀ ਵਿੱਚ ਧੜੇ ਬਣਾ ਦਿੱਤੇ, ਇੱਕ ਪਰਿਵਾਰ ਤੋਂ ਲੈ ਕੇ ਸਮਾਜ ਦੇ ਵਿੱਚ। ਹੁਣ ਜਦੋਂ ਜੀਵ ਕਿਸੇ ਵੀ ਧੜੇ 'ਚ ਵੰਡਿਆ ਜਾਂਦਾ ਹੈ, ਉਦੋਂ ਦੂਸਰੇ ਧੜੇ ਦੀ ਨਿੰਦਿਆ ਸ਼ੁਰੂ ਕਰ ਦਿੰਦਾ ਵੀ ਸਾਡਾ ਜਿਹੜਾ ਧੜਾ ਉਹੀਓ ਚੰਗਾ ਹੈ, ਦੂਸਰਾ ਮਾੜਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਗੁਰਮੁਖ ਨੇ ਉਹਨਾਂ ਦਾ ਫਿਰ ਕੋਈ ਧੜਾ ਨਹੀਂ ਹੁੰਦਾ ਸੰਸਾਰ ਦੇ ਵਿੱਚ, ਉਹ ਪਰਮਾਤਮਾ ਦੇ ਨਾਲ ਧੜਾ ਕਰ ਲੈਂਦੇ। ਜਿਨ੍ਹਾਂ ਨੇ ਮਾਲਕ ਨੂੰ ਧੜਾ ਬਣਾ ਲਿਆ, ਉਹਨਾਂ ਦੇ ਸਾਰੇ ਧੜੇ ਖਤਮ ਹੋ ਜਾਂਦੇ ਸੰਸਾਰ ਦੇ ਵਿੱਚ। ਮਹਾਰਾਜ ਫਰਮਾਉਂਦੇ ਹਮਰਾ ਹਰ ਧੜਾ, ਜਨੇ ਧੜੇ ਸਭ ਗਵਾਏ। ਜਿਨ੍ਹਾਂ ਨੇ ਮਾਲਕ ਨਾਲ, ਹਰੀ ਨਾਲ ਧੜਾ ਕਰ ਲਿਆ, ਉਹਦਾ ਇੱਧਰੋਂ ਸਾਰੇ ਧੜੇ ਖਤਮ ਹੋ ਗਏ। ਅਤੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕੀਤਾ, ਜਿਨ੍ਹਾਂ ਨੇ ਹੁਕਮ ਨੂੰ ਨਹੀਂ ਬੁੱਝਿਆ, ਹੁਕਮ ਦੇ ਵਿੱਚ ਨਹੀਂ ਆਏ, ਉਹ ਫਿਰ ਧੜਿਆਂ 'ਚ ਵੰਡੇ ਨੇ। ਅਤੇ ਜਦੋਂ ਜੀਵ ਧੜੇ 'ਚ ਵੰਡਿਆ ਹੁੰਦਾ ਹੈ, ਉਦੋਂ ਫਿਰ ਉਹ ਨਿੰਦਿਆ ਚੁਗਲੀ ਕਰਦਾ, ਉਦੋਂ ਈਰਖਾ ਕਰਦਾ, ਉਦੋਂ ਨਫ਼ਰਤ ਕਰਦਾ, ਅਤੇ ਉਦੋਂ ਫਿਰ ਉਹ ਅੱਗੇ ਦੁਵਿਧਾ ਫੈਲਾਉਂਦਾ। ਦੁਵਿਧਾ ਉਹਦੇ ਅੰਦਰ ਹੁੰਦੀ, ਦੁਵਿਧਾ 'ਚੋਂ ਆਪ ਪਿਆ ਹੁੰਦਾ, ਇਸ ਕਰਕੇ ਫਿਰ ਉਹ ਅੱਗੇ ਦੁਵਿਧਾ ਫੈਲਾਉਂਦਾ ਹੈ। ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਵੀ ਇਹ ਜਿਹੜੀ ਦੁਵਿਧਾ, ਇਹਨੂੰ ਗੁਰਬਾਣੀ 'ਚ ਬੌਰੀ ਕਹਿੰਦੇ ਨੇ, ਕਮੜੀ। ਜਿਹੜੇ ਵੀ ਮਨਾਂ ਨੂੰ ਚੁੰਬੜ ਜਾਂਦੀ ਹੈ, ਉਹਨਾਂ ਨੂੰ ਵੀ ਕਮਲਾ ਦੇ ਸ਼ਦਾਈ ਕਰਕੇ ਛੱਡਦੀ, ਉਹਨੂੰ ਫਿਰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੋਲ ਕੀ ਰਿਹਾ। ਮਹਾਰਾਜ ਕਹਿੰਦੇ ਦੁਵਿਧਾ ਬੌਰੀ, ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਲਿਵਟ ਰਹੀ ਹੁਣ ਬੰਧ ਨਾ ਪਾਇਆ। ਬਈ ਜਿਹੜੇ ਦੁਵਿਧਾ 'ਚ ਚਲੇ ਗਏ, ਜਿਹੜੇ ਧੜਿਆਂ 'ਚ ਵੰਡੇ ਗਏ, ਉਹ ਫਿਰ ਇੱਥੋਂ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਂਦੇ ਨੇ। ਦੁਵਿਧਾ ਦੇ ਵਿੱਚ ਪਿਆ ਹੋਇਆ ਜੀਵ ਦੂਸਰਿਆਂ ਦੀ ਨਿੰਦਿਆ ਕਰਦਾ, ਅੱਗੇ ਦੁਵਿਧਾ ਫੈਲਾਉਂਦਾ ਹੋਰ, ਫਿਰ ਉਹ ਮਰਨਾ ਭੁੱਲ ਜਾਂਦਾ। ਇਸ ਲੋਕ ਦੇ ਵਿੱਚ ਆਪਾਂ ਆਉਂਦੇ ਹਾਂ ਮਰਨ ਲਿਖਾ ਕੇ ਪਰਲੋਕ ਦੇ ਵਿੱਚੋਂ। ਇੱਧਰ ਆ ਕੇ ਜਦੋਂ ਦੁਵਿਧਾ 'ਚ ਪੈ ਗਏ, ਧੜਿਆਂ 'ਚ ਵੰਡੇ ਗਏ, ਅਤੇ ਮਰਨਾ ਭੁੱਲ ਗਏ। ਮਰਨਾ ਭੁੱਲਿਆ ਹੋਇਆ ਜੀਵ ਫਿਰ ਹੀ ਦੂਸਰਿਆਂ ਦੀ ਬੁਰਾਈ ਕਰਦਾ, ਫਿਰ ਹੀ ਉਹ ਨਿੰਦਿਆ ਕਰਦਾ। ਫਿਰ ਉਹ ਇਹ ਜਿਹੜਾ ਪਦਾਰਥ ਰੂਪ ਦੇ ਵਿੱਚ ਸਾਨੂੰ ਜੀਵਨ ਮਿਲਿਆ, ਮਾਨਸ ਜਾਮਾ, ਫਿਰ ਉਹ ਇਹਦਾ ਲਾਹਾ ਨਹੀਂ ਕੱਟਦਾ, ਇੱਥੋਂ ਵਾਪਸ ਫਿਰ ਜੂਨਾਂ 'ਚ ਮੁੜ ਜਾਂਦਾ। ਫਿਰ ਜੂਨਾਂ 'ਚ ਜਾ ਕੇ ਫਿਰ ਉਹਨੂੰ ਰੋਣਾ ਪੈਂਦਾ, ਫਿਰ ਪਛਤਾਉਣਾ ਪੈਂਦਾ। ਮਾਰੇ ਫਰਮਾਉਂਦੇ ਮਰਨ ਲਖਾਏ, ਮੰਡਲ ਮੇ ਆਏ, ਜਨਮ ਪਦਾਰਥ ਦੁਵਿਧਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਦੁਵਿਧਾ ਦੇ ਵਿੱਚ ਪਿਆ ਹੋਇਆ ਜੀਵ
ਆਪਣੇ ਆਪੇ ਦੀ ਪਹਿचान नहीं कर सकता। दुग्ध ਵਿੱਚ ਪਿਆ ਹੋਇਆ ਜੀਵ अंतर्मुखी नहीं हो सकता। दुग्ध ਵਿੱਚ ਪਿਆ ਹੋਇਆ ਜੀਵ ਉਹ ਹੁਕਮ ਦੀ ਪਹਿचान नहीं कर सकता। ਇਸ ਵਾਸਤੇ ਫਿਰ ਮਹਾਰਾਜ ਦੱਸਦੇ ਵੀ ਜਿਹਨੇ ਇਸ ਦੁग्ਧ ਨੂੰ ਖਤਮ ਕਰ ਲਿਆ ਉਸ ਨੂੰ ਗੁਰਬਾਣੀ ਗੁਰੂ ਵਿੱਚ ਸੂਰਮਾ ਆਖਿਆ, ਉਹਨੂੰ ਯੋਧਾ ਆਖਿਆ। ਮਹਾਰਾਜ ਕਹਿੰਦੇ ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸ ਵਡਿਆਈ, ਜੋ ਇਸ ਮਾਰੇ ਤਿਸ ਕਾ ਦੁੱਖ ਜਾਈ। ਵੀ ਜਿਹੜਾ ਇਹਨੂੰ ਦੁੱਖਾਂ ਨੂੰ ਖਤਮ ਕਰ ਲਵੇ ਉਹਦਾ ਦੁੱਖ ਰੋਗ ਸਭ ਖਤਮ ਹੋ ਜਾਂਦਾ ਹੈ। ਐਸਾ ਕੋਈ ਜੋ ਦੁੱਖਦਾ ਮਾਰ ਕਮਾਵੇ, ਇਸੇ ਮਾਰ ਰਾਜ ਜੋਗ ਕਮਾਵੇ। ਮਹਾਰਾਜ ਕਹਿੰਦੇ ਵੀ ਇਹ ਤੋਂ ਮਾਰੀ ਤੋਂ ਬਿਨਾਂ ਦੁੱਖਦਾ ਤੋਂ ਸਾਡਾ ਕੀਤੇ ਹੋਏ ਜਪ ਤਪ ਇਹ ਕਿਸੇ ਥਾਈ ਨਹੀਂ ਪੈਂਦੇ। ਮਹਾਰਾਜ ਦੱਸਦੇ ਇਸ ਮਾਰੀ ਬਿਨ ਥਾਏ ਨਾ ਪਰੇ, ਓਟ ਕਰਮ ਜਪ ਤਪ ਕਰੇ। ਵੀ ਜੇ ਸਾਡੇ ਅੰਦਰ ਦੁੱਖਦਾ ਵੈਰ ਵਿਰੋਧੀ ਖੜਾ ਹੈ, ਅਸੀਂ ਕਰੋੜਾਂ ਹੀ ਜਪ ਤਪ ਕਰੀ ਜਾਈਏ, ਸਾਡਾ ਕਿਸੇ ਥਾਏ ਪੈਣਾ ਹੀ ਨਹੀਂ ਜਦ ਤੱਕ ਅਸੀਂ ਇਹਨੂੰ ਮਾਰਦੇ ਨਹੀਂ, ਇਹਨੂੰ ਖਤਮ ਨਹੀਂ ਕਰਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਾਂ ਇਸ ਦੁੱਖਦਾ ਤੋਂ ਉੱਪਰ ਉੱਠਣਾ। ਜੇ ਸਾਡੇ ਅੰਦਰ ਦੁੱਖਦਾ ਪੈ ਵੀ ਗਈ ਹੈ, ਪਰਿਵਾਰ ਦੇ ਵਿੱਚ ਕਿਸੇ ਨਾਲ ਧੜਾ ਬਣ ਵੀ ਗਿਆ ਹੈ, ਇਸ ਨੂੰ ਅਸੀਂ ਖਤਮ ਕਰ ਸਕਦੇ ਹਾਂ ਇਸੇ ਮਰਨ ਅਭਿਆਸ ਕਰਕੇ। ਮਹਾਰਾਜ ਫਰਮਾਉਂਦੇ ਹੋਏ ਇਕੱਤਰ, ਮਿਲੋ ਮੇਰੇ ਭਾਈ ਦੁੱਖਦਾ ਦੂਰ ਕਰੋ ਲਿਵਲਾਈ। ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਸ਼ਾਈ। ਵੀ ਜੇ ਇਹਨਾਂ ਨੇ ਦੁੱਖਦਾ ਸਾਡੇ ਅੰਦਰ ਪਾ ਦਿੱਤੀ ਹੈ, ਵਿਚਾਰਾਂ ਦਾ ਟਕਰਾਅ ਹੋ ਗਿਆ, ਆਪਾਂ ਇਕੱਠੇ ਮਿਲ ਕੇ ਸੇਵਨ ਕਰੀਏ ਅਤੇ ਇਸ ਦੁੱਖਦਾ ਨੂੰ ਖਤਮ ਕਰੀਏ। ਆਓ ਹੁਣ ਕਿਵੇਂ ਇਹ ਦੁੱਖਦਾ ਜਿਹੜੀ ਸਾਡੇ ਅੰਦਰੋਂ ਖਤਮ ਹੋਣੀ ਹੈ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਸਾਸਗ ਰਹੱਸ ਮਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। Good.
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਸਿਮਰਨ ਅਭਿਆਸ ਕਰਦੇ ਇਹਦੇ ਨਾਲ ਜਿਹੜੀ ਆਪਣੇ ਮਨ 'ਚ ਦੁਬਦਾ ਪਈ ਹੁੰਦੀ ਹੈ ਇਹ ਦੁਬਦਾ ਕਲਾ ਕਲੇਸ਼ ਖਤਮ ਹੋ ਜਾਂਦਾ ਹੈ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਪਰਿਵਾਰਾਂ 'ਚ ਦੁਬਦਾ ਜੇ ਜੀਵ ਇਕੱਠੇ ਮਿਲ ਕੇ ਸਾਰਾ ਪਰਿਵਾਰ ਬੈਠ ਕੇ ਇਹ ਸਿਮਰਨ ਕਰਨ ਤੇ ਉਹਨਾਂ ਦੀ ਦੁਬਦਾ ਖਤਮ ਹੋ ਜਾਏ। ਸਿਮਰਨ ਦੇ ਵਿੱਚ ਇੰਨੀ ਸ਼ਕਤੀ ਹੈ ਜੇ ਕਿਤੇ ਦੋ ਦੁਸ਼ਮਣ ਵੀ ਹੋਣ ਉਹਨਾਂ ਨੂੰ ਵੀ ਜੇ ਕਿਤੇ ਇਕੱਠੇ ਬਿਠਾ ਕੇ ਸਿਮਰਨ ਕਰਾਇਆ ਜਾਵੇ ਤਾਂ ਉਹਨਾਂ ਦੀ ਦੁਸ਼ਮਣੀ ਖਤਮ ਹੋ ਜਾਂਦੀ ਹੈ। ਪਰ ਉਹ ਬੈਠ ਕੇ ਕਰਨ ਸਹੀ ਪਰ ਇਹ ਕਰਨ ਨਹੀਂ ਦਿੰਦੇ। ਇਹਨਾਂ ਦਾ ਖੇਲ ਹੈ ਪੰਜਾਂ ਦੂਤਾਂ ਦਾ, ਇਹਨਾਂ ਨੇ ਇਕੱਠੇ ਮਿਲ ਕੇ ਕਰਨ ਨਹੀਂ ਦੇਣਾ ਵੀ ਇਹ ਇਕੱਠੇ ਬੈਠ ਕੇ ਜੇ ਸਿਮਰਨ ਕਰਨ ਲੱਗ ਗਏ ਤਾਂ ਇਹਨਾਂ ਦੀ ਦੁਬਦਾ ਖਤਮ ਹੋ ਜਾਣੀ। ਇਸ ਵਾਸਤੇ ਫਿਰ ਆਪਾਂ ਕੋਸ਼ਿਸ਼ ਕਰਨੀ ਸਾਰਾ ਪਰਿਵਾਰ ਬੈਠ ਕੇ ਕਰੀਏ ਤਾਂ ਸਭ ਤੋਂ ਵਧੀਆ, ਨਹੀਂ ਤਾਂ ਫਿਰ ਇਹ ਆਪੋ ਆਪਣਾ ਆਪਾਂ ਆਪਦਾ ਕਰੀਏ। ਜਦੋਂ ਆਪਾਂ ਆਪਦਾ ਕਰਾਂਗੇ ਆਪਣੇ ਅੰਦਰੋਂ ਦੁਬਦਾ ਖਤਮ ਹੋ ਜਾਏਗੀ। ਹੋਰ ਜੀਵ ਆਪਣੇ ਨਾਲ ਕਰੀ ਜਾਣ, ਆਪਾਂ ਨਹੀਂ ਕਿਸੇ ਨਾਲ ਕਰਨੀ। ਇਸ ਲਈ ਫਿਰ ਆਪਾਂ ਨੂੰ ਪਹਿਲਾਂ ਜੀਵ ਮਾੜਾ ਵੀ ਕਹਿੰਦੇ ਨੇ, ਜਦੋਂ ਆਪਾਂ ਸਿਮਰਨ ਕਰਾਂਗੇ ਫਿੱਕਾ ਵੀ ਬੋਲਣਗੇ, ਮਾੜੇ ਵਚਨ ਵੀ ਬੋਲਣਗੇ, ਨਿੰਦਿਆ ਵੀ ਕਰਨਗੇ। ਆਪਾਂ ਜਿਹੜਾ ਆਪਦਾ ਗੁਣ ਹੈ ਉਹ ਗੁਣ ਨਹੀਂ ਗਵਾਉਣਾ। ਆਪਾਂ ਆਪਦਾ ਸਿਮਰਨ ਅਭਿਆਸ ਕਰਦੇ ਰਹਿਣਾ, ਸਹਿਜ ਵਿੱਚ ਰਹਿਣਾ ਅਤੇ ਆਪਾਂ ਦੁਬਦਾ ਦੇ ਵਿੱਚ ਨਹੀਂ ਜਾਣਾ। ਇਸ ਲਈ ਮਹਾਰਾਜ ਫਰਮਾਉਂਦੇ ਹਰਿ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰਿ ਜਨ ਕੀ ਸੋ ਆਪਣਾ ਗੁਣ ਨਾ ਗਵਾਵੇ। ਬਈ ਆਪਣੀ ਚਾਹੇ ਕੋਈ ਨਿੰਦਿਆ ਕਰੇ, ਜਿੰਨਾ ਮਰਜ਼ੀ ਆਪਾਂ ਨੂੰ ਕੋਈ ਮਾੜਾ ਆਖੇ, ਆਪਾਂ ਜਿਹੜਾ ਆਪਦਾ ਸਿਮਰਨ ਅਭਿਆਸ ਨਹੀਂ ਛੱਡਣਾ। ਆਪਾਂ ਨੂੰ ਪਤਾ ਲੱਗ ਗਿਆ ਵੀ ਦੁਬਦਾ ਖਤਮ ਕਰਨ ਵਾਸਤੇ ਇਹੋ ਇੱਕ ਇਲਾਜ ਹੈ, ਦੁਬਦਾ ਦਾ ਸਿਮਰਨ ਅਭਿਆਸ ਕਰਕੇ ਇਹਨੂੰ ਅਸੀਂ ਖਤਮ ਕਰ ਸਕਦੇ ਹਾਂ। ਹੋਰ ਸੰਸਾਰ ਦੇ ਵਿੱਚ ਇਹਦਾ ਕੋਈ ਦਾਰੂ ਨਹੀਂ, ਕੋਈ ਇਲਾਜ ਨਹੀਂ। ਜਿਹੜਾ ਇਹ ਪਰਿਵਾਰਾਂ 'ਚ ਕਲਾ ਕਲੇਸ਼ ਵੈਰ ਵਿਰੋਧ ਹੈ, ਇਹਦੇ ਤੋਂ ਸੰਸਾਰ 'ਚ ਕੋਈ ਦਵਾਈ ਨਹੀਂ ਬਣੀ ਵੀ ਜਿਹਦੇ ਨਾਲ ਇਹ ਖਤਮ ਹੋ ਜਾਏ।
सतगुरु आपां नूं इस दी दवाई दस दे भी जदों असीं सिमरन करांगे फिर ये गला कलेश खत्म होना है। इसलिए महाराज फरमाउंदे सिमरो सिमर सिमर सुख पावो कल कलेश तन माही मटावो। बई जेड़ा भी करेगा वह मिट जाएगा, जेड़ा नहीं करेगा वह तो मिटना नहीं। इस वास्ते जेड़ा दारू खाएगा वह रोग मिटेगा, जेड़ा नहीं खाएगा वह तो होर वधेगा ही। सो इस वास्ते आपां हुण कोशिश करनी वध तों वध सिमरन करके सहज दे विच जाके जो आपां नूं सतगुरु हुक्म कह रहे बई जे असीं हुक्म नूं बुझ लांगे, हुक्म नूं जाण लांगे, फिर साडा मन अशांत नहीं होएगा, दुविधा च नहीं जाएगा, फिर दुखी नहीं होएगा। इसे वरसाई फिर महाराज कहते जिन्नी पछाता हुक्म तन कदे ना रोकना, भी उन्होंने नहीं रोना पैंदा, उन्हों का मन कलेश च नहीं जाता, उन्हों का मन वैर विरोध च नहीं जाता, वो ईरखा नफर च नहीं जाता। जिहड़ा हुक्म नूं बुझ लैंदा हुक्म दे विच आ जांदा, उहनूं वार वार आकारां च नहीं आउणा पैंदा, वो जमां दे मार्ग च नहीं जांदा। सो इस वास्ते आपां हुण वध तों वध सिमरन करके हुक्म नूं बुझना, हुक्म दे दायरे विच आउणा, वध तों वध आपां गुरबाणी गुरु नूं पढ़ के विचारना खोजना ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਆਪਣੇ ਜੀਵਨ ਦਾ ਮਕਸਦ ਹੈ ਪਰਮਾਤਮਾ ਨਿਰੰਕਾਰ ਨੂੰ ਮਿਲਣਾ, ਕਿਵੇਂ ਆਪਾਂ ਮਿਲ ਸਕਦੇ ਹਾਂ, ਕਿਵੇਂ ਜੀਵਨ ਮੁਕਤ ਹੋ ਸਕਦੇ ਹਾਂ, ਉਹ ਆਪਾਂ ਨੂੰ ਗੁਰਮੁਖਾਂ ਨੇ ਬੜਾ ਸਹਿਜ ਦੇ ਵਿੱਚ ਬੜਾ ਸੌਖਾ ਕਰਕੇ ये समझाए। सो इहो आप फिर रोज़ ये ज्ञान दृढ़ करते हैं ताकि ये ज्ञान अपने मनां च वस जे, साडे हिरदे विच वस जावे। जे वस जेगा अपने हिरदे च ते आपां सुखी हो जाएंगे। सो इस वास्ते फिर आप वध तों वध संगत करनी। सो इन्नियां बेनतियां इन्ने विचार करदियां होइयां जे कोई ऐसा शब्द बोलिया गया होवे संगत ਅਤੇ सतगुरु बख्शण जोग ने बख्श लेना जी। वाहिगुरु जी का खालसा वाहिगुरु जी की फतेह। वाहिगुरु 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 गुरु वाय 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 गुरु
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।